ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਆਨ ਦਿਨ ਰਾਮ ਕੇ ਗੁਣ ਕਹੀਐ, ਸਗਲ ਪਦਾਰਥ ਸਰਬ ਸੁਖ ਸਿੱਧ। ਮਨ ਬਾਂਛਤ ਫਲ ਲਹੀਐ, ਆਨ ਦਿਨ ਰਾਮ ਕੇ ਗੁਣ ਕਹੀਐ। ਸਗਲ ਪਦਾਰਥ ਸਰਬ ਸੁਖ ਸਿੱਧ, ਮਨ ਬਾਂਛਤ ਫਲ ਲਹੀਐ। ਰਹਾਉ ਆਵਹੁ ਸੰਤ ਪ੍ਰਾਨ ਸੁਖ ਦਾਤੇ, ਸਿਮਰਹਿ ਪ੍ਰਭ ਅਬਿਨਾਸੀ। ਅਨਾਥ ਹੈ ਨਾਥ ਦੀਨ ਦੁਖ ਭੰਜਨ, ਪੂਰ ਰਹਿਓ ਘਟ ਵਾਸੀ। ਗਾਵਤ ਸੁਨਤ ਸੁਨਾਵਤ ਸ਼ਰਦਾ, ਹਰ ਰਸ ਪੀ ਵੱਡ ਭਾਗੇ। ਕਲ ਕਲੇਸ਼ ਮਿਟੇ ਸਭ ਤਨ ਤੇ, ਰਾਮ ਨਾਮ ਲਿਵ ਜਾਗੇ। ਕਾਮ ਕ੍ਰੋਧ ਝੂਠ ਤਜ ਨਿੰਦਾ, ਹਰ ਸਿਮਰਨ ਬੰਧਨ ਟੂਟੇ। ਮੋਹ ਮਗਨ ਅਹੰਗ ਅੰਧ ਮਮਤਾ, ਗੁਰ ਕਿਰਪਾ ਤੇ ਛੂਟੇ। ਤੂੰ ਸਮਰੱਥ ਪਾਰ ਬ੍ਰਹਮ ਸੁਆਮੀ, ਕਰ ਕਿਰਪਾ ਜਨ ਤੇਰਾ। ਪੂਰ ਰਹਿਓ ਸਰਬ ਮੈਂ ਠਾਕੁਰ, ਨਾਨਕ ਸੋ ਪ੍ਰਭ ਨੇਰਾ। ਤੂੰ ਸਮਰੱਥ ਪਾਰ ਬ੍ਰਹਮ ਸੁਆਮੀ, ਕਰ ਕਿਰਪਾ ਜਨ ਤੇਰਾ। ਪੂਰ ਰਹਿਓ ਸਰਬ ਮਹਿ ਠਾਕੁਰ, ਨਾਨਕ ਸੋ ਪ੍ਰਭ ਨੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਬਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੁਗੋ ਜੁਗ ਅਟਲ, ਬਾਣੀ ਦੇ ਬੋਹਿਤ ਅਤੇ ਬ੍ਰਹਮ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਪਰਮ ਪਿਤਾ ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤ ਸੰਗਤ ਵਿੱਚ ਜੁੜ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਜੀ ਨੇ ਬੜੇ ਚਾਅ ਨਾਲ ਸੁਣਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਹਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਹਰ ਮਨੁੱਖ ਜ਼ਿੰਦਗੀ ਵਿੱਚ ਸੁੱਖ ਚਾਹੁੰਦਾ ਹੈ। ਉਹਦੇ ਮਨ ਦੀ ਇੱਕ ਕਾਮਨਾ ਹੁੰਦੀ ਕਿ ਜੋ ਮੈਂ ਚਾਹਾਂ ਉਹ ਹੁੰਦਾ ਜਾਵੇ, ਉਹ ਮੈਨੂੰ ਮਿਲਦਾ ਜਾਵੇ। ਤੇ ਇਸ ਅਵਸਥਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਯਤਨ ਬੜੇ ਕਰਦਾ ਹੈ। ਜਿੱਥੇ ਦੁਨਿਆਵੀ ਤੌਰ ਤੇ ਮਨੁੱਖ ਯਤਨ ਕਰਦਾ ਹੈ, ਧਰਮ ਦੀ ਦੁਨੀਆ 'ਚ ਕੋਈ ਜਪ ਕਰਦਾ ਹੈ, ਕੋਈ ਤਪ ਕਰਦਾ ਹੈ, ਮਨੁੱਖ ਦੀ ਇਸ ਸਾਈਕੀ ਨੂੰ ਦੇਖ ਕੇ, ਸੋਚ ਨੂੰ ਦੇਖ ਕੇ ਧਾਰਮਿਕ ਲੋਕਾਂ ਨੇ ਕੁਝ ਇਸ ਨੂੰ ਬੜੀਆਂ ਸੋਹਣੀਆਂ ਗੱਲਾਂ ਕਹਿ ਕੇ ਮਗਰ ਲਗਾ ਲਿਆ ਕਿ ਕੋਈ ਸਵਰਗ ਹੈ, ਸਵਰਗ ਵਿੱਚ ਕੋਈ ਕਾਮਤੇਨ ਗਊ ਹੈ, ਉੱਥੋਂ ਜੋ ਚਾਹੋ ਮਿਲ ਜਾਂਦਾ ਹੈ। ਉੱਥੇ ਕੋਈ ਕਲਪ ਵ੍ਰਿਸ਼ ਹੈ, ਜੋ ਚਾਹੋ ਉਹਦੇ ਪਾਸੋਂ ਮਿਲ ਜਾਂਦਾ ਹੈ। ਅੱਜ ਤੱਕ ਕਾਮਤੇਨ ਗਊ ਕਿਸੇ ਨੇ ਦੇਖੀ ਨਹੀਂ ਹੈ, ਗ੍ਰੰਥਾਂ 'ਚ ਹੀ ਸੁਣੀ ਹੈ। ਕਲਪ ਵ੍ਰਿਸ਼ ਕਿਸੇ ਨੇ ਦੇਖਿਆ ਨਹੀਂ ਹੈ,
ਗ੍ਰੰਥਾਂ ਵਿੱਚ ਸੁਣੇ ਹੈ, ਪਰ ਗੁਰੂ ਸਾਹਿਬ ਜੀ ਨੇ ਸਾਨੂੰ ਕੋਈ ਲਾਰਾ ਨਹੀਂ ਲਾਇਆ, ਕਪੋਲ ਕਲਪਨਾ ਨਹੀਂ ਕੀਤੀ। ਕਹਿੰਦੇ ਆਓ ਤੁਹਾਨੂੰ ਦੱਸੀਏ ਕਾਮ ਤਿੰਨ ਹੈ ਕੀ ਹੈ। ਤੁਸੀਂ ਜ਼ਿੰਦਗੀ ਦੇ ਅੰਦਰ ਸਭ ਕੁਝ ਪ੍ਰਾਪਤ ਕਰ ਸਕਦੇ ਹੋ। ਮਨੁੱਖ ਦੇ ਅੰਦਰ ਵਾਹਿਗੁਰੂ ਜੀ ਨੇ ਇਹ ਸਮਰੱਥਾ ਰੱਖੀ ਹੈ, ਇਹ ਸੰਭਾਵਨਾ ਰੱਖੀ ਹੈ ਕਿ ਮਨੁੱਖ ਜੋ ਚਾਹੇ ਉਹ ਪਾ ਸਕਦਾ ਹੈ, ਜੋ ਚਾਹੇ ਉਹ ਬਣ ਸਕਦਾ ਹੈ, ਕੇਵਲ ਮਨੁੱਖ ਦੇ ਮਨ ਦੇ ਅੰਦਰ। ਪਰ ਮਨੁੱਖ ਨੂੰ ਉਹ ਰਸਤਾ ਨਹੀਂ ਮਿਲਿਆ, ਉਹ ਜੁਗਤ ਨਹੀਂ ਮਿਲੀ। ਗੁਰੂ ਬਾਬਾ ਜੀ ਨੇ ਅੰਮ੍ਰਿਤ ਬਾਣੀ ਰਾਹੀਂ ਉਹ ਰਸਤਾ ਦਰਸਾਇਆ। ਗੁਰੂ ਅਰਜਨ ਦੇਵ ਜੀ ਦੇ ਬੜੇ ਪਿਆਰੇ ਬਚਨ, ਹਰ ਗੁਣ ਗਾਵੋ ਸਦਾ ਸੋ ਭਾਈ, ਮਨ ਚਿੰਦੇ ਸਗਲੇ ਫਲ ਪਾਵੋ ਜੀ ਕੇ ਸੰਗ ਸਹਾਈ। ਉਹ ਭਾਈ ਪਿਆਰ ਦੇ ਨਾਲ ਸਦਾ ਪ੍ਰਮਾਤਮਾ ਦੇ ਗੁਣ ਗਾਓ, ਜੋ ਚਾਹੋਗੇ ਉਹ ਮਿਲ ਜਾਏਗਾ। ਗੁਰੂ ਸਾਹਿਬ ਜੀ ਨੇ ਸੁਖਮਨੀ ਸਾਹਿਬ ਜੀ ਜਿੱਥੇ ਬਚਨ ਕੇ ਪਾਰ ਜਾਤੇ ਹਰ ਕੋ ਨਾਮ, ਕਾਮ ਤਿੰਨ ਹਰ ਹਰ ਗੁਣ ਗਾਮ। ਉਹ ਪ੍ਰਮਾਤਮਾ ਦੇ ਗੁਣ ਗਾਓ, ਇਹੀ ਕਾਮ ਤਿੰਨ ਗਊ ਹੈ। परमात्मा के गुण गाओगे जो मिल जाए, चाहोगे मिल जाएगा। मनुखी समाजिक तौर पर असी देखते हाँ, समाज च रहीए ना, किसी मनुख नूं असी खुश करना होए तो असी उहदी खुशामद करते हाँ, उहदी बड़ी तारीफ करते हाँ, उस्तत करते असी उसकी, ताकि वह खुश हो जाए। ये दुनियावी सुभाव है। जिस भी मनुख की असी तारीफ करांगे, जो दी आपां खुशामद करांगे ना, जे असीं लगातार करते रहांगे तो उहदे वाले जो सुभाव है वह साडे च भी आ जाएगा। गुरु बाबा जी कहते जे तुसीं जिंदगी च सदा सब कुछ चाहुंदे हो तो परमात्मा के गुण गाया करो। गुरु साहब जी ने किते नहीं किया कोई तप करो, कोई जप करो, किते कोई धूनियां ताओ, किते कोई भुखे रहो, किते तुसीं नंगे पैरीं चलो, किसी तीर्थां ते तुसीं इशनान करो जां इस तरीके नाल पाठ करो। इको एक गल कही है कि परमात्मा दे गुण गाओ। देखो परमात्मा ने कितनियां महान दातां सानूं दित्तियां ने, जो अमोल भी ने, जो अनंत भी ने। ते उस परमात्मा दे गुण गाउणा ते साडा हक है। जे गुण गावांगे जिंदगी सफल हो जाएगी। जे गुण गावांगे साडे सिर तो करजा लथेगा, अकिरत घणता दा सानू लेवल नहीं लगेगा। जे गुण नहीं गावांगे असीं किरत कण गिणे जावांगे। जिहड़ा कोई साडे ते एहसान करे, साडी कोई मदद करे, सानू कोई चीज़ देवे, औखे वेले काम आवे, उहनूं भुल जाना अकिरत घणता हुंदी है। परमात्मा ने ते सानू मनुखा देही दित्ती है, ऐ सोहना जगत दित्ता है। ਉਹਦੇ गुण गावांगे साडा जीवन सफल हो जाएगा। सतगुरु जी कहते गुण गोबिंद गायो नहीं जन्म अकारथ कीन। जिन्हें गुण नहीं गाए उसकी जिंदगी बिरथ है। साधो गोबिंद के गुण गावो, मान जन्म अमोलक पाया, बिरथा काहे गवावो। सतगुरु जी कहते गोबिंद दे गुण गाओ। गोबिंद अर्थ जो पृथ्वी का मालिक है। ये मनुखा देही मिली, इनू बिरथा कानू गवाउंदे हो, इनू सफल कर लो ਉਹਦੇ गुण गा के। सतगुरु गुरु रामदास जी महाराज के पास जगियासू ने जोदड़ी की, पातशाह तुसी नाम की गल गुरबाणी च बहुत करते हो, नाम रस की बड़ी वडियाई की है। ये नाम रस मिल किवें सकता है जिंदगी के अंदर? जिस नाम रस नूं प्राप्त करके सब कुछ मिल जाता है, वो रस मिलता किवें? रस उत्तम नाम हर रस भला, कित मिद मिले रस खाए। श्री राग दा गुरु रामदास जी का यह अमृत बचन है कि यह नाम रस उत्तम है, भला है। किस विधि नाल मिल सकता है? तो सतगुरु जी कहणगे जाए पुछो सुहागणी, तुसी क्यों कर मिलिया रस आए। जाओ तुसी सुहागणा नूं पुछो, जिन्हां ने उस सुहाग नूं प्रभु नूं प्राप्त कर लिया, जो उहदे रस विच जुड़ गईयां ने, उन्हां नूं पुछो कि तुहानू एक किवें रस मिले है। जो उन्होंने को गए वो बेपरवाह ना बोलनी हो मल मल धोवां पाए। वो तो रब दे रंग जुड़ के बेपरवाह ने, दुनिया की लाज तो उच्चे उठे हुए ने। उन्होंने कोई उस्तत दा, उन्होंने को अपनी शोहरत का कोई फिक्र नहीं है। तो जगियासू कहना फिर मैं मल मल धोवां पाए, उन्होंने संगत च बैठ गए, उन्होंने सेवा करदा, उन्होंने वचन सुनदा हाँ। गुरु साहब जी ने कहा सी भाई रे मिल सज्जन हार गुण सार, सज्जन हार गुरपुरख सतगुर पुरख है, दुख में कढ़े मार।
ਭਾਈ ਸੱਜਣ ਕੋਲ ਬੈਠ ਕੇ, ਸ੍ਰੇਸ਼ਟ ਜਨਾਂ ਕੋਲ ਬੈਠ ਕੇ ਪ੍ਰਮਾਤਮਾ ਦੇ ਗੁਣ ਚੇਤੇ ਕਰੋ, ਪ੍ਰਮਾਤਮਾ ਦੇ ਗੁਣ ਯਾਦ ਕਰੋ। ਸੱਜਣ ਗੁਰੂ ਹੈ ਜਿਹੜਾ ਸਾਡੇ ਅੰਦਰੋਂ ਹਉਮੈ ਦੇ ਦੁੱਖ ਨੂੰ ਦੂਰ ਕਰ ਦਿੰਦਾ। ਤੇ ਗੁਰੂ ਨੇ ਇਹ ਗੱਲ ਕਹੀ ਕਿ ਉਹਨਾਂ ਕੋਲ ਜਾਓ ਜਿਹੜੇ ਰੱਬ ਦੇ ਰੰਗ 'ਚ ਜੁੜੇ ਹੋਏ ਨੇ, ਉਹ ਬੇਪਰਵਾਹ ਨੇ, ਉਹਨਾਂ ਦੀ ਸੰਗਤ ਕੀਤੀ। ਗੁਰਮੁਖੀਆਂ ਸੁਹਾਗਣੀ ਤਿੰਨ ਦਇਆ ਪਈ ਮਨ ਆਏ। ਉਹਨਾਂ ਗੁਰਮੁਖਾਂ ਸੁਹਾਗਵੰਤੀਆਂ ਦੇ ਮਨ 'ਚ ਤਰਸ ਆਇਆ, ਦਇਆ ਆਈ। ਉਹਨਾਂ ਇਹ ਗੱਲ ਕਹੀ ਕਿ ਸਤਿਗੁਰ ਵਚਨ ਰਤਨ ਹੈ ਜੋ ਮੰਨੇ ਸੁਹਾ ਰਸ ਖਾਏ। ਭਈ ਗੁਰੂ ਕੇ ਬਚਨ ਜਿਹੜੇ ਇਹ ਰਤਨਾਂ ਦੀ ਨਿਆਈ ਨੇ, ਜਿਹੜਾ ਇਹਨਾਂ ਨੂੰ ਮੰਨੇਗਾ ਉਹ ਹਰ ਰਸ ਨੂੰ ਪ੍ਰਾਪਤ ਕਰ ਲਏਗਾ। ਗੁਰੂ का ਇਹ ਬਚਨ ਹੈ। ਇਸ ਪੰਕਤੀ ਦੇ ਰਹੀ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ। ਸ੍ਰੇਸ਼ਟ ਜਨਾਂ ਦੀ ਸੰਗਤ 'ਚ ਬੈਠ ਕੇ ਪ੍ਰਮਾਤਮਾ ਦੇ ਗੁਣਾਂ ਨੂੰ ਯਾਦ ਕਰੋ, ਪ੍ਰਮਾਤਮਾ ਦੇ ਗੁਣ ਗਾਓ। ਹਰ ਗੁਣ ਗਾਵੋ ਸਦਾ ਸੋ ਭਾਈ, ਸਦਾ ਪ੍ਰਮਾਤਮਾ ਦੇ ਗੁਣ ਪਿਆਰ ਨਾਲ ਗਾਓ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੈ ਸ੍ਰੀ ਰਾਗ ਵਿੱਚ ਸਾਨੂੰ ਇੱਕ ਥਾਂ ਤੇ ਪ੍ਰੇਰਣਾ ਦਿੰਦੇ ਕਿ ਪ੍ਰਮਾਤਮਾ ਦੇ ਗੁਣ ਗਾਓ। ਜਗਿਆਸੂ ਕਿੰਨਾ ਗੁਣ ਗਾਵਾਂਗੇ ਤੇ ਕੀ ਹੋਵੇਗਾ? ਸਤਿਗੁਰੂ ਜੀ ਕਹਿੰਦੇ ਰਸਨਾ ਗੁਣ ਗੋਪਾਲ ਨਿਧ ਗਾਇਣ। ਜੋ ਜਿਹੜਾ ਪ੍ਰਿਥਵੀ ਦਾ ਮਾਲਕ ਹੈ ਨਾ, ਗੋਪਾਲ ਪਾਲਕ ਹੈ, ਜਿਹੜਾ ਪ੍ਰਤਪਾਲਣਾ ਕਰਨ ਵਾਲਾ, ਜਿਹੜਾ ਗੁਣਾਂ ਦਾ ਖਜ਼ਾਨਾ, ਜੇ ਉਹਦੇ ਗੁਣ ਰਸਨਾ ਨਾਲ ਗਾਵਾਂਗੇ, ਸਤਿਗੁਰੂ ਜੀ ਕਹਿੰਦੇ ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁੱਖ ਭੁਲਾਏ। ਉਹ ਭਾਈ ਪ੍ਰਮਾਤਮਾ ਦੇ ਗੁਣ ਗਾਏਗਾ, ਤੇਰੇ ਮਨ 'ਚ ਸ਼ਾਂਤੀ ਪੈਦਾ ਹੋਏਗੀ, ਤੇਰੇ ਮਨ ਵਿੱਚ ਖੇੜਾ ਪੈਦਾ ਹੋਏਗਾ, ਰਹਸ, ਤੇਰੇ ਮਨ ਅੰਦਰ ਸਹਿਜ ਆਤਮਿਕ ਬੈਲੈਂਸ ਅਡੋਲਤਾ ਪੈਦਾ ਹੋਏਗੀ, ਤੇਰੇ ਮਨ ਅੰਦਰ ਆਨੰਦ ਪੈਦਾ ਹੋਏਗਾ। ਸ਼ਾਂਤ ਸਹਿਜ ਰਹਸ ਮਨ ਉਪਜਿਓ, ਇਹ ਅੰਦਰੋਂ ਪੈਦਾ ਹੋਣਾ। ਖੇੜਾ ਬਾਹਰੋਂ ਨਹੀਂ ਮਿਲਣਾ, ਖੁਸ਼ੀ ਬਾਹਰੋਂ ਨਹੀਂ ਮਿਲਣੀ, ਸਹਿਜ ਬਾਹਰੋਂ ਨਹੀਂ ਮਿਲਣਾ। ਪਰਮਾਤਮਾ ਦੇ ਗੁਣ ਗਾਓਗੇ ਤੇ ਅੰਦਰੋਂ ਪੈਦਾ ਹੋ ਜਾਏਗਾ। ਸਗਲੇ ਦੁੱਖ ਪਲਾਇਣ। ਜਦੋਂ ਦੇਖੋ ਜਿੱਥੇ ਦਰਖਤ ਉਗ ਜਾਣ, ਜਿੱਥੇ ਹਰਿਆਵਲ ਹੋਏ, ਉੱਥੋਂ ਬਨਸਪਤੀ ਜਿਹਨੂੰ ਤਪਸ ਕਹਿੰਦੇ ਭੱਜਣੀ ਸ਼ੁਰੂ ਹੋ ਜਾਂਦੀ ਹੈ। ਉੱਥੇ ਸੁੰਦਰਤਾ ਆ ਜਾਂਦੀ, ਉੱਥੇ ਬਹਾਰ ਆ ਜਾਂਦੀ। ਜਿੱਥੇ ਦਰਖਤ ਨਹੀਂ ਉਗਣਗੇ ਉਹ ਧਰਤੀ ਐਨ ਰੱਖੜ ਹੁੰਦੀ, ਮਾਰੂਥਲ ਬਣ ਜਾਂਦੀ ਹੈ, ਬੰਜਰ ਬਣ ਜਾਂਦੀ, ਉਜਾੜ ਬਣ ਜਾਂਦੀ ਹੈ। ਜਿਸ ਹਿਰਦੇ 'ਚ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਸ਼ਾਂਤੀ ਪੈਦਾ ਹੋ ਗਈ, ਸਹਿਜ ਪੈਦਾ ਹੋ ਗਿਆ, ਰਹੱਸ ਪੈਦਾ ਹੋ ਗਿਆ, ਦੁੱਖ ਤੇ ਆਪੇ ਭੱਜ ਜਾਣਗੇ। ਦੁੱਖ ਤੇ ਉਹਨਾਂ ਚਿਰ ਨੇ ਜਿੰਨਾ ਚਿਰ ਅੰਦਰ ਰੱਬੀ ਗੁਣ ਨਹੀਂ ਗਏ। ਜਦੋਂ ਪ੍ਰਮਾਤਮਾ ਦੇ ਗੁਣ ਆ ਗਏ, ਸ਼ਾਂਤੀ ਆ ਗਈ, ਸਹਿਜ ਆ ਗਿਆ, ਰਹੱਸ ਆ ਗਿਆ, ਸਗਲੇ ਦੁੱਖ ਪਲਾਇਣ। ਸਤਿਗੁਰੂ ਜੀ ਕਹਿੰਦੇ ਇੱਥੇ ਬਸ ਨਹੀਂ, ਜੋ ਮੰਗੇ ਸੋਈ ਸੋਈ ਪਾਵੇ। ਜੋ ਮੰਗੇਗਾ ਉਹ ਤੈਨੂੰ ਮਿਲ ਜਾਏਗਾ। ਪਰ ਇੱਕੋ ਹੀ ਗੱਲ ਹੈ, ਸੇਵ ਹਰ ਕੇ ਚਰਨ ਰਸਾਇਣ। ਪ੍ਰਮਾਤਮਾ ਦੇ ਗੁਣ ਗਾ, ਪ੍ਰਮਾਤਮਾ ਦੇ ਚਰਨਾਂ ਦੀ ਸੇਵਾ ਕਰ। ਪ੍ਰਮਾਤਮਾ ਦੇ ਚਰਨ ਕੀ ਨੇ? ਅਸੀਂ ਬੰਦੇ ਤੇ ਕਹਿੰਦੇ ਤੇਰੇ ਚਰਨ ਲਿਆ ਘੁੱਟ ਦਈਏ, ਲਿਆ ਧੋ ਦਈਏ। ਹੁਣ ਪ੍ਰਮਾਤਮਾ ਦੇ ਚਰਨ ਕਿਹੜੇ ਨੇ? ਪ੍ਰਮਾਤਮਾ ਦਾ ਤੇ ਆਕਾਰ ਹੀ ਕੋਈ ਨਹੀਂ। ਪ੍ਰਮਾਤਮਾ ਨਿਰਾਕਾਰ ਹੈ। ਉਹ ਪ੍ਰਮਾਤਮਾ ਦੇ ਚਰਨ, ਉਹਦੇ ਗੁਣ ਗਾਓ। ਸੇਵਾ ਹਰ ਕੇ ਚਰਨ ਰਸਾਇਣ, ਜੋ ਰਸਾਂ ਦਾ ਘਰ ਨੇ। ਉਸ ਪ੍ਰਮਾਤਮਾ ਦੇ ਗੁਣ ਗਾਓਗੇ, ਸ਼ਾਂਤੀ ਮਿਲੇਗੀ, ਸਹਿਜ ਮਿਲੇਗਾ, ਖੇੜਾ ਮਿਲੇਗਾ, ਚਾਉ ਮਿਲੇਗਾ, ਦੁੱਖ ਭੱਜ ਜਾਣਗੇ। ਜੋ ਚਾਹੋਗੇ ਮਿਲ ਜਾਏਗਾ। ਜਨਮ ਮਰਨ ਦੂਹੂ ਤੇ ਛੂਟੇ, ਭਵਜਲ ਜਗਤ ਤਰਾਇਣ। ਉਹ ਬੰਦੇ ਜੰਮਣ ਮਰਨ ਤੋਂ ਮੁਕਤ ਹੀ ਹੋ ਜਾਏਗਾ, ਭਵ ਸਾਗਰ ਤੋਂ ਪਾਰ ਉਤਰ ਜਾਏਗਾ, ਪਰ ਜੇ ਰੱਬ ਦੇ ਗੁਣ ਗਾਏਗਾ। ਗੁਰਬਾਣੀ ਕਹਿੰਦੀ ਪ੍ਰਮਾਤਮਾ ਦੇ ਗੁਣ ਗਾਓਗੇ, ਤੁਹਾਡੇ ਅੰਦਰੋਂ ਮੈਲ ਹੀ ਲੱਥ ਜਾਏਗੀ। ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹਉਮੈ ਬਿਖ ਫੈਲ। ਸੰਸਾਰੀ ਲੋਕਾਂ ਦੇ ਗੁਣ ਗਾਓਗੇ ਤੇ ਉਹਨਾਂ ਦੀ ਮੈਲ ਤੁਹਾਡੇ ਅੰਦਰ ਪੈ ਜਾਏਗੀ। ਦੁਨੀਆ ਮੈਲ ਦੇ ਨਾਲ ਭਰੀ ਪਈ ਹੈ। ਰੱਬ ਮੈਲਾ ਮੈਲਾ ਹੈ ਚੰਦ, ਮੈਲਾ ਮਲਤਾ ਇਹ ਸੰਸਾਰ। ਹਰ ਚੀਜ਼ ਮੈਲੀ ਹੈ। ਜੇ ਮੈਲ ਨਾਲ ਜੁੜਾਂਗੇ ਮੈਲ ਹੀ ਮਿਲੇਗੀ। ਉਸ ਨਿਰਮਲ ਪ੍ਰਮਾਤਮਾ ਦੇ ਗੁਣ ਗਾਵਾਂਗੇ, ਅੰਦਰੋਂ ਮੈਲ ਮਿਟ ਜਾਏਗੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਰੋਜ਼ ਪ੍ਰਮਾਤਮਾ ਦੇ ਗੁਣ ਗਾਇਆ ਕਰੋ, ਕੀਰਤੀ ਕਰਿਆ ਕਰੋ। ਕੋਈ ਭੁੱਖੇ ਰਹਿਣ ਦੀ ਲੋੜ ਨਹੀਂ ਹੈ, ਕੋਈ ਘਰ ਛੱਡਣ ਦੀ ਲੋੜ ਨਹੀਂ ਹੈ, ਕੋਈ ਐ ਲੰਮੀਆਂ ਸਾਧਨਾ ਕਰਨ ਦੀ ਲੋੜ ਨਹੀਂ ਹੈ, ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ। ਰੱਬ ਦੇ ਗੁਣ ਗਾਓ। ਰੱਬ ਦੇ ਗੁਣ ਗਾਉਣ ਦੇ ਤੇ ਸਾਡੇ ਕੋਲ ਬਹੁਤ ਬਹਾਨੇ ਨੇ, ਬਹੁਤ।
ਕੋਈ ਉਚੇਚ ਕਰਨ ਦੀ ਲੋੜ ਨਹੀਂ ਹੈ ਕਿ ਆਪਾਂ ਐਦਾਂ ਕਰਾਂਗੇ ਤੇ ਤਾਂ ਰੱਬ ਦੇ ਗੁਣ ਗਾਏ ਜਾਣਗੇ। ਕੋਈ ਇਹ ਨਹੀਂ ਕਿ ਜੁਗਤੀ ਦੱਸੇਗਾ ਰੱਬ ਦੇ ਗੁਣ ਗਾਏ ਜਾਣਗੇ। ਕਿਸੇ ਦੀ ਖੁਸ਼ਾਮਦ ਕਰਨ ਦੀ ਸਾਨੂੰ ਕੋਈ ਜੁਗਤੀ ਦੱਸਦਾ? ਰੱਬ ਦੀ ਤੇ ਖੁਸ਼ਾਮਦ ਨਹੀਂ ਕਰਨੀ ਅਸੀਂ। ਦੇਖੋ ਰੱਬ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ, ਔਰ ਇਹ ਨਹੀਂ ਕਿ ਅਸੀਂ ਖੁਸ਼ਾਮਦ ਕਰਾਂਗੇ ਤੇ ਬਹੁਤਾ ਕੁਝ ਦੇਵੇਗਾ। ਉਹਨੇ ਜੋ ਦੇਣਾ ਉਹ ਦੇ ਹੀ ਦੇਣਾ। ਉਹਨੇ ਬਿਨਾਂ ਮੰਗਣ ਤੋਂ ਬਹੁਤ ਕੁਝ ਦਿੱਤਾ ਹੈ। ਅੱਗੇ ਵੀ ਆਪਣੀ ਮੌਜ ਅਨੁਸਾਰ ਉਹ ਦੇ ਹੀ ਜਾ ਰਿਹਾ ਹੈ, ਅਨੰਤ ਪਦਾਰਥ ਪੈਦਾ ਕਰੀ ਜਾ ਰਿਹਾ ਹੈ। ਨਹੀਂ ਵੀ ਮੰਗਾਂਗੇ ਮਿਲ ਹੀ ਜਾਣੇ। ਨਾਸਤਕਾਂ ਨੂੰ ਮਿਲ ਰਿਹਾ, ਚੋਰਾਂ ਨੂੰ ਮਿਲ ਰਿਹਾ, ਠੱਗਾਂ ਨੂੰ ਮਿਲ ਰਿਹਾ, ਸਾਨੂੰ ਕਿਉਂ ਨਹੀਂ ਮਿਲੇਗਾ? ਫਿਰ ਪਰਮਾਤਮਾ ਦੇ ਗੁਣ ਕਿਉਂ ਗਾਉਣੇ ਨੇ? ਪਰਮਾਤਮਾ ਦੇ ਗੁਣ ਗਾਉਣੇ ਨੇ ਕਿ ਅਸੀਂ ਉਹਦਾ ਧੰਨਵਾਦ ਕਰ ਸਕੀਏ। ਦੇਖੋ ਘਰ ਵੱਲ ਦੇਖ ਕੇ, ਪਰਿਵਾਰ ਵੱਲ ਦੇਖ ਕੇ, ਕਾਰੋਬਾਰ ਵੱਲ ਦੇਖ ਕੇ ਜਦੋਂ ਅਸੀਂ ਪਰਮਾਤਮਾ ਦਾ ਧੰਨਵਾਦ ਕਰਦੇ ਹੀ ਤੇ ਗੁਣ ਗਾਉਣਾ। ਗੁਰੂ ਕੇ ਅੰਮ੍ਰਿਤ ਬਚਨ ਗਾਵੇ ਕੋ ਦਾਤ ਜਾਣੇ ਨਿਸ਼ਾਨ। ਰੱਬ ਦੀਆਂ ਦਿੱਤੀਆਂ ਦਾਤਾਂ ਨੂੰ ਉਹਦੀ ਨਿਸ਼ਾਨੀ ਜਾਣ ਕੇ ਉਹਦੇ ਗੁਣ ਗਾਉਣੇ, ਉਹਦੀ ਕੀਰਤੀ ਕਰਨੀ ਕਿ ਵਾਹਿਗੁਰੂ ਤੇਰਾ ਬੇਅੰਤ ਧੰਨਵਾਦ, ਤੁਸੀਂ ਕਿਰਪਾ ਕਰਕੇ ਇੰਨੇ ਸੋਹਣੇ ਘਰਾਂ 'ਚ ਸਾਨੂੰ ਰਹਿਣ ਦਾ ਸੁਭਾਗ ਦਿੱਤਾ ਹੈ। ਇਹਨਾਂ ਘਰਾਂ ਦੇ ਸਾਨੂੰ ਯੋਗ ਸਮਝਿਆ, ਇੰਨੇ ਸੋਹਣੇ ਘਰ ਦਿੱਤੇ ਨੇ, ਇੰਨਾ ਸੋਹਣਾ ਪਰਿਵਾਰ ਦਿੱਤਾ ਹੈ, ਇੰਨੇ ਸੋਹਣੇ ਕਾਰੋਬਾਰ ਦਿੱਤੇ, ਇਹਨਾਂ ਦੇ ਯੋਗ ਸਾਨੂੰ ਬਣਾਏ। ਬਹੁਤ ਲੋਕ ਨੇ ਜਿਨ੍ਹਾਂ ਕੋਲ ਘਰ ਨਹੀਂ ਹੈ, ਜਿਨ੍ਹਾਂ ਕੋਲ ਕਾਰੋਬਾਰ ਨਹੀਂ ਹੈ। ਚਾਹੀਦਾ ਸੀ ਰੱਬ ਦੇ ਗੁਣ ਗਾਈਏ ਜਿੰਨੇ ਦਾਤ ਦਿੱਤੀ, ਪਰ ਅਸੀਂ ਹੰਕਾਰ ਹੀ ਕਰਨਾ ਸ਼ੁਰੂ ਕਰਤਾ ਕਿ ਘਰ ਮੇਰਾ ਹੈ, ਬਹੁਤ ਵੱਡਾ ਹੈ, ਇਹਨੂੰ ਵੱਡਾ ਬਣਾ ਲਵਾਂਗਾ। ਹੰਕਾਰ ਕਰਨਾ ਸ਼ੁਰੂ ਕਰਤਾ। ਦੁੱਖਾਂ ਦੀ ਗੱਲ ਇੱਥੇ ਲੁਕੀ ਹੋਈ ਹੈ। ਅਸੀਂ ਆਪ ਹੀ ਕਰਤੇ ਬਣ ਬੈਠਦੇ ਹਾਂ, ਹੰਕਾਰ ਕਰਦੇ ਹਾਂ। ਗੁਰਬਾਣੀ ਕਹਿੰਦੀ ਜਿੰਨਾ ਚਿਰ ਕਰਤਾਪਣ ਹੋਏਗਾ ਉਹਨਾਂ ਚਿਰ ਤੁਸੀਂ ਦੁਖੀ ਰਹੋਗੇ। ਕਰਤੇ ਪੁਰਖ ਵਾਹਿਗੁਰੂ ਜੀ ਦੀ ਕੀਰਤੀ ਕਰੋ, ਦੁੱਖ ਮਿਟ ਜਾਣਗੇ। ਇੱਕ ਮਹਾਤਮਾ ਜੀ ਤੁਰੇ ਜਾਂਦੇ ਨੇ, ਨਾਲ ਉਹਨਾਂ ਦੇ ਸੇਵਾਦਾਰ ਵੀ ਹੈ। ਤੁਰੇ ਜਾਂਦੇ ਜਾਂਦੇ ਦੁਪਹਿਰ ਹੋ ਗਈ ਤੇ ਮਹਾਤਮਾ ਜੀ ਕਹਿੰਦੇ ਆ ਬਾਗ ਬੜਾ ਸੋਹਣਾ ਹੈ, ਚੱਲ ਇੱਥੇ ਆਰਾਮ ਕਰ ਲਈਏ ਥੋੜਾ ਚਿਰ। ਬਾਗ ਦੇ ਵਿੱਚ ਬੜਾ ਸੋਹਣਾ ਇੱਕ ਬੰਗਲਾ ਬਣਿਆ ਹੋਇਆ ਸੀ, ਰਹਿਣ ਲਈ ਇੱਕ ਕੁਆਟਰ ਬਣੇ ਹੋਏ ਸਨ, ਖੁੱਲੇ ਸਨ। ਅੰਦਰ ਵੜ ਗਏ। ਇੱਕ ਕਮਰੇ 'ਚ ਮਹਾਤਮਾ, ਇੱਕ ਕਮਰੇ 'ਚ ਉਹਨਾਂ ਦਾ ਸੇਵਾਦਾਰ ਪੈ ਗਿਆ। ਮਹਾਤਮਾ ਜੀ ਤੇ ਕਹਿਣ ਲੱਗੇ ਬੜਾ ਦੇਖੋ ਗਰਮੀ 'ਚ ਤਪ ਰਹੇ ਸਾਂ, ਬੜੀ ਸੋਹਣੀ ਥਾਂ ਬੈਠ ਕੇ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਗਏ, ਵਾਹਿਗੁਰੂ ਜੀ ਦੀ ਬੰਦਗੀ ਕਰਨ ਲੱਗ ਪਏ। ਤੇ ਸੇਵਾਦਾਰ ਨਾਲ ਦੇ ਕਮਰੇ 'ਚ ਥੱਕਿਆ ਸੀ, ਸੌਂ ਗਿਆ, ਘਰਾੜੇ ਮਾਰਨ ਲੱਗ ਪਿਆ। ਕਰਦੇ ਕਰਦੇ ਦੁਪਹਿਰ ਢਲ ਗਈ। ਉਸ ਇਲਾਕੇ ਦੇ ਰਾਜੇ ਦਾ ਇਹ ਬਾਗ ਸੀ। ਆ ਵੜਿਆ ਬਾਗ ਵਿੱਚ। ਜਦੋਂ ਪਹਿਲੇ ਕਮਰੇ 'ਚ ਵੜੇ ਤਾਂ ਉੱਥੇ ਮਹਾਤਮਾ ਬੈਠਾ, ਰੱਬ ਦੇ ਪਿਆਰ ਜੁੜਿਆ। ਤੇ ਰਾਜਾ ਕਹਿਣ ਲੱਗਾ ਦੇਖੋ ਇਹ ਕੌਣ ਹੈ ਬੰਦਾ, ਕੋਈ ਜਸੂਸ ਨਾ ਹੋਏ, ਕਿਤੇ ਵਿਰੋਧੀ ਦਾ ਬੰਦਾ ਨਾ ਹੋਏ। ਜਾ ਕੇ ਨੇੜੇ ਜਾ ਕੇ ਜਦੋਂ ਮਹਾਤਮਾ ਜੀ ਨੂੰ ਪੁੱਛਦੇ ਹੋ ਤੇ ਜੁੜੇ ਹੋਏ ਨੇ, ਬੋਲਦੇ ਕੁਝ ਨਹੀਂ ਹੈ। ਤੇ ਉਸ ਵੇਲੇ ਰਾਜਾ ਕਹਿਣ ਲੱਗਾ ਛੱਡੋ, ਕੋਈ ਰੱਬ ਦਾ ਪਿਆਰਾ ਲੱਗਦਾ, ਬੰਦਗੀ ਕਰੇ, ਇਹਨੂੰ ਤੰਗ ਨਾ ਕਰੋ ਤੁਸੀਂ। ਅਗਲੇ ਕਮਰੇ 'ਚ ਗਏ ਤੇ ਸੁੱਤਾ ਬੰਦਾ, ਉਹਨੂੰ ਕਹਿਣਗੇ ਉੱਠੋ, ਤੂੰ ਕੌਣ ਹੈ? ਉਹ ਕਹਿਣ ਲੱਗਾ ਜੀ ਅਸੀਂ ਸੰਤ ਹੁੰਦੇ ਹਾਂ। ਉਹਨੂੰ ਕੁੱਟਣ ਲੱਗੇ। ਸੰਤ ਹੁੰਦੇ, ਸੰਤ ਤੇ ਕਹਿੰਦੇ ਨੇ ਅਸੀਂ ਹੁੰਦੇ ਹਾਂ। ਮਾਰਿਆ ਕੁੱਟਿਆ, ਚਲੋ ਛੱਡ ਦਿੱਤਾ। ਮਹਾਤਮਾ ਜੀ ਤੇ ਸੇਵਾਦਾਰ ਤੁਰੇ ਜਾਂਦੇ ਨੇ। ਸੇਵਾਦਾਰ ਪੁੱਛਦਾ ਹੈ ਮਹਾਤਮਾ ਜੀ ਤੁਹਾਨੂੰ ਤੇ ਕੁਝ ਨਹੀਂ ਕਿਹਾ? ਕਹਿੰਦੇ ਨੇ ਮੈਨੂੰ ਤਾਂ ਕੁਝ ਨਹੀਂ ਕਿਹਾ। ਕਹਿੰਦਾ ਮੈਨੂੰ ਤੇ ਉਹਨਾਂ ਕੁੱਟਿਆ, ਮਾਰਿਆ, ਝਿੜਕਿਆ ਵੀ ਹੈ। ਕਹਿੰਦੇ ਤੂੰ ਕੁਝ ਬਣ ਗਿਆ ਹੋਣਾ, ਤੈਨੂੰ ਪੁੱਛਿਆ ਸੀ ਕੌਣ, ਤੂੰ ਕੀ ਆ? ਕਹਿੰਦਾ ਜੀ ਅਸੀਂ ਤੇ ਸੰਤ ਹੁੰਨੇ। ਕਹਿੰਦੇ ਬਸ ਤੂੰ ਸੰਤ ਬਣ ਗਿਆ, ਕੁੱਟ ਖਾਈ ਜਾ। ਜਦੋਂ ਬੰਦਾ ਕੋ ਕਹੇ ਮੈਂ ਬਣ ਗਿਆ, ਜਦੋਂ ਸਮਝੇ ਕਿ ਮੈਂ ਕੁਝ ਹੋ ਗਿਆ, ਉਦੋਂ ਹੀ ਇਹਨੂੰ ਮਾਰ ਪੈਣੀ ਸ਼ੁਰੂ ਹੋ ਜਾਂਦੀ ਹੈ। ਜੋ ਇਹ ਜਾਣੇ ਮੈਂ ਕਿਛ ਕਰਤਾ, ਵਿਆਪਿਆਰੀ ਬਸੁੱਧਾ ਜਿਉਂ ਫਿਰਤਾ। ਜਦੋਂ ਇਹ ਸਮਝੇ ਮੈਂ ਕੁਝ ਕਰਦਾ ਨਾ, ਬਸ ਇਹ ਵਪਾਰੀਆਂ ਵਾਂਗੂ ਫਿਰਨਾ ਤੁਰਨਾ ਸ਼ੁਰੂ ਕਰ ਦਿੰਦਾ ਹੈ। ਜੋ ਜਾਣੇ ਹੋਂ ਪੰਡਤ ਬਖਤਾ। ਸਤਿਗੁਰੂ ਜੀ ਕਹਿੰਦੇ ਜਦੋਂ ਮਨੁੱਖ ਇਹ ਖਿਆਲ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਪਰਮਾਤਮਾ ਜੀ ਇਹ ਸਾਰੀਆਂ ਦਾਤਾਂ ਤੁਹਾਡੀਆਂ ਹੀ ਨੇ, ਸਾਡਾ ਕੀ ਹੈ? ਦੇਖੋ ਗੁਰੂ ਸਾਹਿਬ ਜੀ ਨੇ ਕਹਿਤਾ ਪਰਮਾਤਮਾ ਜੀ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਸਭ ਕੁਝ ਤੁਹਾਡਾ ਹੀ ਹੈ। ਇਹ ਘਰ ਵਾਹਿਗੁਰੂ ਜੀ ਦੇ ਬਖਸ਼ੇ ਜੀ। ਸਾਨੂੰ ਇਹਨਾਂ ਘਰਾਂ 'ਚ ਰਹਿਣ ਦਾ ਵਾਹਿਗੁਰੂ ਜੀ ਨੇ ਸੁਭਾਗ ਦਿੱਤਾ ਹੈ। ਜ਼ਿੰਦਗੀ ਦੇ ਜਿੰਨੇ ਵੀ ਦਿਨ ਸਾਨੂੰ ਤੇ ਧੰਨਵਾਦ ਕਰਨਾ ਚਾਹੀਦਾ ਕਿ ਅਸੀਂ ਜ਼ਿੰਦਗੀ ਦੇ ਸੋਹਣੇ ਦਿਨ ਇਹਨਾਂ ਘਰਾਂ 'ਚ ਗੁਜ਼ਾਰ ਰਹੇ ਹਾਂ। ਇਹ ਹੈ ਉਹਦੇ ਗੁਣ ਗਾਉਣੇ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੱਜ ਦਾ ਇਹ ਪਵਿੱਤਰ ਮੁੱਖ ਵਾਕ ਹੈ, ਜਿਹਦੇ ਰਾਹੀਂ ਦੱਸ ਰਹੇ ਕਿ ਸਾਡੀ ਜ਼ਿੰਦਗੀ 'ਚ ਦੁੱਖ ਕਿਉਂ ਨੇ, ਦੁੱਖਾਂ ਤੋਂ ਮੁਕਤ ਹੋਣ ਦਾ ਤਰੀਕਾ ਹੈ ਪਰਮਾਤਮਾ ਦੇ ਗੁਣ ਗਾਈਏ। ਗੁਣ ਗਾਉਂਦਿਆਂ ਕੀ ਰਹਿਮਤ ਹੁੰਦੀ ਹੈ, ਕੀ ਪ੍ਰਾਪਤੀ ਹੁੰਦੀ, ਗੁਣ ਗਾਉਣ ਦੀ ਕੀ ਵਡਿਆਈ ਹੈ,
ਜੋ ਬਚਨ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਆਓ ਆਪਾਂ ਮਿਲ ਕੇ ਇਹਨਾਂ ਬਚਨਾਂ ਨਾਲ ਸਾਂਝ ਪਾਈਏ, ਸਤਿਗੁਰੂ ਜੀ ਦੇ ਪਿਆਰ ਵਿੱਚ ਜੁੜੀਏ ਜੀ। ਮੁਖ ਤੋਂ ਸਾਰੇ ਹੀ ਉਚਾਰਨ ਕਰੀਏ, ਸਤਨਾਮ ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਅਨ ਦਿਨ RAM ਕੇ ਗੁਣ ਕਹੀਐ। ਗੁਰੂ ਸਾਹਿਬ ਜੀ ਦੇ ਇਹ ਅੰਮ੍ਰਿਤ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1206 ਤੇ ਅੰਕਿਤ ਹਨ। ਤੇ ਸਤਿਗੁਰੂ ਜੀ ਕਹਿ ਰਹੇ ਅਨ ਦਿਨ RAM ਕੇ ਗੁਣ ਕਹੀਏ। ਅਨ ਦਿਨ ਦਾ ਅਰਥ ਹੈ ਹਰ ਰੋਜ਼। ਰਾਮ ਦਾ ਅਰਥ ਜੋ ਰਮਿਆ ਹੋਇਆ ਸਰਵ ਵਿਆਪਕ ਪਰਮ ਪਿਤਾ ਪਰਮਾਤਮਾ ਹੈ ਰਾਮ। ਜਿਨ੍ਹਾਂ ਨੇ ਇਹ ਜਾਣਿਆ ਕਿ ਪਰਮਾਤਮਾ ਸਾਰੇ ਥਾਵਾਂ ਤੇ ਰਮਿਆ, ਉਹਨਾਂ ਨੇ ਪਰਮਾਤਮਾ ਨੂੰ ਰਾਮ ਕਹਿ ਦਿੱਤਾ। ਇਹ ਕਰਮ ਨਾਮ ਹੈ ਪਰਮਾਤਮਾ ਦਾ। ਸਾਹਿਬ ਜੀ ਕਹਿੰਦੇ ਦਿਨ ਰਾਤ ਉਸ ਰਮੇ ਹੋਏ ਪਰਮਾਤਮਾ ਦੇ ਗੁਣ ਕਿਹਾ ਕਰੋ, ਉਚਾਰਿਆ ਕਰੋ, ਉਹਦੀ ਸਿਫਤ ਸਲਾਹ ਕਰਿਆ ਕਰੋ। ਪਰਮਾਤਮਾ ਦੀ ਸਭ ਤੋਂ ਵੱਡੀ ਭੇਟਾ ਇਹ ਹੈ, ਸਤਿਗੁਰੂ ਜੀ ਦੇ ਬਚਨ ਨੇ ਕਿ ਮੂੰਹ ਕੇ ਬੋਲਣ ਬੋਲੀਏ ਜੇ ਸੁਣ ਧਰੇ ਪਿਆਰ। ਉੱਥੇ ਸਤਿਗੁਰੂ ਜੀ ਦੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦੇ ਗੁਣ ਗਾਓ, ਕੀਰਤੀ ਕਰੋ। ਅੰਮ੍ਰਿਤ ਵੇਲੇ ਉੱਠਦੇ ਹੀ ਜਦੋਂ ਤੁਸੀਂ ਉਸ ਵਾਹਿਗੁਰੂ ਜੀ ਦੇ ਪਿਆਰ 'ਚ ਜੁੜ ਜਾਂਦੇ ਹੋ ਨਾ, ਆਮ ਇੱਕ ਵਿਚਾਰ ਹੈ, ਉਹਨੂੰ ਆਪਾਂ ਭਰਮ ਵੀ ਗਿਣਦੇ ਹਾਂ। ਬਜ਼ੁਰਗ ਜ਼ਿਆਦਾਤਰ ਕਹਿੰਦੇ ਸਨ, ਅੱਜ ਵੀ ਨੇ ਕਈ ਲੋਕਾਂ ਦੇ ਮਨ 'ਚ, ਕਿ ਸਵੇਰੇ ਸਵੇਰੇ ਕੋਈ ਚੰਗਾ ਹੀ ਬੰਦਾ ਮੱਥੇ ਲੱਗੇ ਨਾ, ਜਾਂ ਕਿਤੇ ਫੋਨ ਦੀ ਘੰਟੀ ਵੱਜੇ ਤੇ ਆਪਾਂ ਕਹਿੰਦੇ ਪਤਾ ਨਹੀਂ ਕਿਹਦੀ ਫੋਨ ਆ ਗਿਆ, ਪਤਾ ਨਹੀਂ ਕੀ ਖਬਰ ਹੋਣੀ ਹੈ, ਚੰਗੇ ਬੰਦੇ ਦਾ ਹੀ ਹੋਏ। ਅਸੀਂ ਸੋਚਦੇ ਕਿ ਚੰਗੇ ਬੰਦੇ ਤੋਂ ਸਾਡੀ ਸ਼ੁਰੂਆਤ ਹੋਏ ਦਿਨ ਦੀ। ਤੇ ਸਤਿਗੁਰੂ ਜੀ ਕਹਿੰਦੇ ਉਹਦਾ ਸਭ ਤੋਂ ਵਧੀਆ ਤਰੀਕਾ, ਜਦੋਂ ਉੱਠਦੇ, ਜਿੱਥੇ ਉੱਠਦੇ ਹੋ ਉੱਥੇ ਬੈਠ ਕੇ ਰੱਬ ਦੇ ਗੁਣ ਗਾਓ ਕਿ ਵਾਹਿਗੁਰੂ ਤੇਰਾ ਕੋਟਾਨ ਕੋਟ ਸ਼ੁਕਰ ਕਿ ਰਾਤ ਬੜੀ ਵਧੀਆ ਨਿਕਲੀ ਸਾਡੀ, ਤੰਦਰੁਸਤ ਉੱਠ ਗਏ ਅਸੀਂ, ਇੱਕ ਹੋਰ ਦਿਨ ਸਾਨੂੰ ਤੁਸੀਂ ਬਖਸ਼ ਰਹੇ ਹੋ, ਤੁਹਾਡਾ ਧੰਨਵਾਦ। ਇਹ ਹੈ ਗੁਣ ਗਾਉਣਾ। ਜਦੋਂ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਦਾਂ ਕਰੋਗੇ, ਕਰਕੇ ਦੇਖੋ, ਬੜਾ ਆਨੰਦ ਬਣੇਗਾ ਜ਼ਿੰਦਗੀ ਦੇ ਅੰਦਰ। ਸਤਿਗੁਰੂ ਜੀ ਕਹਿੰਦੇ ਹਰ ਰੋਜ਼ ਹਰ ਵੇਲੇ ਪ੍ਰਸਾਦਾ ਛਕਦੇ ਹੋ, ਰੱਬ ਦਾ ਧੰਨਵਾਦ ਕਰਦੇ ਹੋ। ਕੰਮ ਤੇ ਜਾਂਦੇ ਹੋ, ਰੱਬ ਦਾ ਧੰਨਵਾਦ ਕਰਦੇ ਹੋ। ਵਾਹਿਗੁਰੂ ਜੀ ਨੇ ਧੀਆਂ ਪੁੱਤਰ ਦਿੱਤੇ ਨੇ, ਉਹ ਨਾਲ ਦੇਖ ਕੇ ਰੱਬ ਦਾ ਧੰਨਵਾਦ ਕਰਦੇ ਹੋ। ਅਨ ਦਿਨ ਰਾਮ ਕੇ ਗੁਣ ਕਹੀਏ। ਦਿਨ ਰਾਤ ਵਾਹਿਗੁਰੂ ਜੀ ਦੇ ਗੁਣ ਕਿਹਾ ਕਰੋ, ਗਾਇਆ ਕਰੋ। ਜੇ ਪਰਮਾਤਮਾ ਦੇ ਗੁਣ ਗਾਓਗੇ, ਸਗਲ ਪਦਾਰਥ ਸਰਬ ਸੁਖ ਸਿੱਧ, ਮਨ ਬਾਂਛਤ ਫਲ ਲਈਐ। ਗੁਰੂ ਸਾਹਿਬ ਜੀ ਕਹਿੰਦੇ ਸਾਰੇ ਪਦਾਰਥ ਮਿਲ ਜਾਣਗੇ, ਜੋ ਤੁਸੀਂ ਚਾਹੋਗੇ ਮਿਲ ਜਾਏਗਾ। ਸਾਰੇ ਪਦਾਰਥ ਮਿਲਣਗੇ, ਸਾਰੇ ਸੁੱਖ ਮਿਲ ਜਾਣਗੇ। ਸਿੱਧ ਦਾ ਅਰਥ ਹੁੰਦਾ ਸਫਲਤਾ, ਕਾਮਯਾਬੀ। ਇਹੀ ਹੈ ਨਾ ਸਾਡੀ ਜ਼ਿੰਦਗੀ ਦੀਆਂ ਲੋੜਾਂ, ਕਿ ਸਾਡੀਆਂ ਪਦਾਰਥਕ ਤੌਰ ਤੇ ਵੀ ਲੋੜਾਂ ਪੁੰਦੀਆਂ ਪੂਰਾ ਹੁੰਦੀਆਂ ਰਹਿਣ, ਸਾਨੂੰ ਕੋਈ ਪਰੇਸ਼ਾਨੀ ਨਾ ਹੋਏ, ਅਸੀਂ ਜਿਸ ਕੰਮ ਨੂੰ ਹੱਥ ਪਾਈਏ ਤੇ ਉਹ 'ਚ ਸਫਲਤਾ ਮਿਲ ਜਾਏ। ਇਹੀ ਹੈ ਨਾ ਤਿੰਨ ਗੱਲਾਂ ਸਾਡੀਆਂ। ਸਾਡੇ ਕਾਰਜ ਰਾਸ ਹੋਈ ਜਾਣ, ਸਾਨੂੰ ਕੋਈ ਪਰੇਸ਼ਾਨੀ ਨਾ ਆਏ, ਸਾਡੀ ਜ਼ਿੰਦਗੀ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਜਾਣ। ਢੇਰ ਲਾਉਣ ਦੀ ਸਾਨੂੰ ਕੋਈ ਲੋੜ ਨਹੀਂ ਹੈ, ਕਿਉਂਕਿ ਢੇਰ ਨਾਲ ਨਹੀਂ ਕੋਈ ਲੈ ਕੇ ਗਿਆ ਤੇ ਨਾ ਅਸੀਂ ਲੈ ਕੇ ਜਾਣੀ ਹੈ। ਇਹ ਤਾਂ ਐਵੇਂ ਸਰੀਰ ਨੂੰ ਮਾਰਨ ਵਾਲੀ ਗੱਲ, ਜਿੰਨਾ ਕੋ ਮਰਜ਼ੀ ਮਾਰ ਲਿਓ, ਉਹਦੀ ਮਰਜ਼ੀ ਹੈ ਭਾਈ। ਇਹ ਵੀ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਨੇ, ਕਿਸੇ ਦੀ ਮੁਤਾਜ਼ਗੀ ਨਾ ਕਰਨੀ ਪਏ। ਜੇ ਪਰਮਾਤਮਾ ਦੇ ਗੁਣ ਗਾਵਾਂਗੇ ਤੇ ਕਿਉਂ ਲੋੜ ਪਏਗੀ ਮੁਤਾਜ਼ਗੀ ਕਰਨ ਦੀ। ਸਤਿਗੁਰੂ ਜੀ ਕਹਿੰਦੇ ਹੋ ਪਰਮਾਤਮਾ ਦੇ ਗੁਣ ਗਾਓ, ਸਾਰੇ ਪਦਾਰਥ ਮਿਲਣਗੇ, ਸਾਰੇ ਸੁੱਖ ਵੀ ਮਿਲਣਗੇ, ਸਾਰੇ ਕਾਰਜ ਵੀ ਰਾਸ ਹੋਣਗੇ। ਸਿੱਧ ਦਾ ਅਰਥ ਹੈ ਸਫਲਤਾ, ਸਿੱਧੀ ਮਿਲੇਗੀ, ਸਫਲਤਾ ਮਿਲੇਗੀ। ਮਨ ਬਾਂਛਤ ਫਲ ਲਈਐ। ਉਹ ਜੋ ਚਾਹੋਗੇ ਮਨ ਇੱਛਤ ਫਲ ਮਿਲ ਜਾਏਗਾ। ਕਦੋਂ? ਜਦੋਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਓਗੇ, ਪਰਮਾਤਮਾ ਦੀ ਕੀਰਤੀ ਕਰੋਗੇ। ਰਹਾਓ ਆਵੋ ਸੰਤ ਪ੍ਰਾਨ ਸੁਖ ਦਾਤੇ, ਸਿਮਰਹਿ ਪ੍ਰਭ ਅਵਿਨਾਸੀ। ਤੁਹਾਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ, ਆਓ ਭਾਈ ਰੱਬ ਦੇ ਪਿਆਰਿਓ। ਸਤਿਗੁਰੂ ਜੀ ਨੇ ਸੰਤ ਰੱਬ ਦੇ ਪਿਆਰਿਆਂ ਨੂੰ ਵੀ ਕਿਹਾ ਹੈ, ਗੁਰਸਿੱਖਾਂ ਨੂੰ ਵੀ ਕਿਹਾ ਹੈ, ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵਹਿ ਸੱਚੀ ਬਾਣੀ।
ਸਤਿਗੁਰੂ ਜੀ ਕਹਿੰਦੇ ਆਵੋ ਸੰਤ, ਆਓ ਰੱਬ ਦੇ ਪਿਆਰਿਓ, ਮਿਲ ਕੇ ਪ੍ਰਾਣ ਸੁਖ ਦਾਤੇ। ਉਹ ਜਿਹੜਾ ਪ੍ਰਾਣਾਂ ਦਾ ਦਾਤਾ ਹੈ ਨਾ, ਸਾਡੇ ਪ੍ਰਾਣਾਂ ਨੂੰ ਸੁਖ ਦੇਣ ਵਾਲਾ, ਸਿਮਰਹਿ ਪ੍ਰਭ ਅਵਿਨਾਸੀ, ਜਿਹੜਾ ਨਾਸ ਤੋਂ ਰਹਿਤ ਪਰਮਾਤਮਾ ਹੈ। ਅਨਾਸਵੰਤ ਲੋਕਾਂ ਦੇ ਗੁਣ ਗਾਉਣ ਦੀ ਕੀ ਲੋੜ ਹੈ? ਅੱਜ ਕਿਸੇ ਕੋ ਰੁਤਬਾ ਹੈ, ਕੱਲ ਨੂੰ ਨਹੀਂ ਹੋਵੇਗਾ। ਅੱਜ ਕਿਸੇ ਕੋ ਤਾਕਤ ਹੈ, ਕੱਲ ਨੂੰ ਨਹੀਂ ਰਵੇਗੀ। ਜਿਹਦੇ ਕੋ ਸਦਾ ਹੈ ਹੀ ਨਹੀਂ ਰੁਤਬਾ, ਉਹਦੇ ਗੁਣ ਕੀ ਗਾਉਣੇ ਨੇ? ਗੁਣ ਗਾਓ ਉਹਦੇ ਜਿਹੜਾ ਅਵਿਨਾਸੀ ਹੈ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਜਿਹੜਾ ਆਉਂਦਾ ਨਹੀਂ ਹੈ, ਜਾਂਦਾ ਨਹੀਂ ਹੈ, ਜੰਮਦਾ ਨਹੀਂ ਹੈ, ਮਰਦਾ ਨਹੀਂ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਹੋਰ ਜਿੰਨੇ ਮਰਜ਼ੀ ਸਾਧਨ ਕਰ ਲਓ ਤੁਸੀਂ, ਤੁਹਾਡੇ ਮਨ ਦੀ ਮੈਲ ਨਹੀਂ ਮਿਟਣੀ। ਆ ਦੇਖੋ, ਦੁਨੀਆ 'ਚ ਅਸੀਂ ਬਾਜ਼ਾਰ 'ਚ ਘੜੀ ਗੇੜਾ ਲਾਈਏ ਨਾ, ਖਾਸ ਕਰਕੇ ਆਪਣਾ ਸ਼ਹਿਰ ਜਿਹੋ ਜਿਹੇ ਵੱਡੇ ਵੱਡੇ ਸ਼ਹਿਰਾਂ 'ਚ ਤੁਸੀਂ ਘੁੰਮ ਕੇ ਆਓ ਤੇ ਕੱਪੜਿਆਂ ਤੇ ਮਿੱਟੀ ਘਟਾ ਧੂੰਆਂ ਕਿਵੇਂ ਪੈ ਜਾਂਦਾ ਹੈ, ਡਸਟ ਪੈ ਜਾਂਦੀ ਹੈ। ਜਿੱਧਰ ਜਿੱਧਰ ਅਸੀਂ ਜਾਵਾਂਗੇ, ਕਿਤੇ ਕੱਚੇ ਰਾਹ ਤੋਂ ਲੰਘੀਏ ਮਿੱਟੀ ਪੈ ਜਾਂਦੀ ਹੈ, ਕੱਪੜਿਆਂ ਤੇ ਘਟਾ ਪੈ ਜਾਂਦਾ ਹੈ। ਜਿੱਧਰ ਸਰੀਰਕ ਤੌਰ ਤੇ ਜਾਵਾਂਗੇ, ਮਿੱਟੀ ਘਟਾ ਸਰੀਰ ਤੇ ਪੈਂਦਾ ਹੈ। ਜਿੱਧਰ ਸਾਡੀ ਸੁਰਤ ਜਾਏਗੀ, ਮਿੱਟੀ ਘਟਾ ਉਹਦੇ ਤੇ ਵੀ ਪੈਂਦਾ। ਸੁਰਤ ਜਿਸ ਬੰਨੇ ਲੱਗੇਗੀ ਨਾ, ਉੱਥੋਂ ਦੇ ਗੁਣ ਨੂੰ ਅਖਤਿਆਰ ਕਰ ਲਏਗੀ, ਉੱਥੋਂ ਦੀ ਮੈਲ ਨੂੰ ਅਖਤਿਆਰ ਕਰ ਲਏਗੀ ਸੁਰਤ। ਜਿੱਧਰ ਜਿੱਧਰ ਸੁਰਤ ਜਾਏਗੀ, ਉਹਦਾ ਅਸਰ ਪਏਗਾ, ਮੈਲ ਲੱਗਦੀ ਜਾਏਗੀ। ਤੇ ਸਤਿਗੁਰੂ ਜੀ ਕਹਿੰਦੇ ਮੈਲ ਲਾਉਣ ਲਈ ਕੋਈ ਇਹ ਨਹੀਂ ਕਿ ਤੀਰਥ ਤੇ ਜਾ ਕੇ ਮੈਲ ਲੱਥੇਗੀ। ਕੋਟ ਤੀਰਥ ਮੱਜਨ ਇਸ਼ਨਾਨਾ, ਇਸ ਕਲ ਮੈਂ ਮੈਲ ਭਰੀਜੈ। ਕਰੋੜਾਂ ਤੀਰਥਾਂ ਤੇ ਭਾਵੇਂ ਚਲ ਜਾਓ, ਇਸ਼ਨਾਨ ਕਰ ਲਓ, ਪਰ ਇੱਥੇ ਤੇ ਮੈਲ ਭਰਦੀ ਰਹਿਣੀ ਹੈ ਸਾਡੇ 'ਚ। ਸਾਧ ਸੰਗਤ ਜੋ ਹਰ ਗੁਣ ਗਾਵੇ, ਸੋ ਨਿਰਮਲ ਕਰ ਲੀਜੈ। ਜਿਹੜਾ ਸਤ ਸੰਗਤ ਵਿੱਚ ਆ ਕੇ ਪ੍ਰਮਾਤਮਾ ਦੇ ਗੁਣ ਗਾਉਂਦਾ, ਉਹ ਆਪਣੇ ਮਨ ਨੂੰ ਨਿਰਮਲ ਕਰ ਲੈਂਦਾ। ਗੁਣ ਗਾਉਂਦਿਆਂ ਸਾਡੀ ਮੈਲ ਮਿਟਦੀ ਹੈ, ਗੁਣ ਗਾਉਂਦਿਆਂ ਸਾਡਾ ਅਹੰਕਾਰ ਨਿਵਰਤ ਹੁੰਦਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਆਵੋ ਸੰਤ ਪ੍ਰਾਨ ਸੁਖ ਦਾਤੈ। ਆਓ ਰੱਬ ਦੇ ਪਿਆਰਿਓ, ਸੰਤੋ ਪਿਆਰਿਓ, ਉਹ ਜਿਹੜਾ ਸਾਡਾ ਪ੍ਰਾਣਾਂ ਨੂੰ ਸੁਖ ਦੇਣ ਵਾਲਾ ਪਰਮ ਪਿਤਾ ਪਰਮਾਤਮਾ ਹੈ। ਸਿਮਰਹਿ ਪ੍ਰਭ ਅਬਿਨਾਸੀ, ਉਸ ਨਾਸ ਤੋਂ ਰਹਿਤ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਸਿਮਰਨ ਕਰੀਏ, ਉਹਦੇ ਗੁਣ ਗਾਈਏ। ਅਨਾਥ ਹੈ ਨਾਥ ਦੀਨ ਦੁਖ ਭੰਜਨ, ਪੂਰ ਰਹਿਓ ਘਟ ਵਾਸੀ। ਉਹ ਪ੍ਰਮਾਤਮਾ ਅਨਾਥਾਂ ਦਾ ਨਾਥ ਹੈ, ਜਿਹਦਾ ਕੋਈ ਨਹੀਂ ਨਾ, ਕਹਿ ਲੋ ਯਤੀਮ ਹੈ ਜਿਹੜਾ, ਜਿਹਦਾ ਕੋਈ ਮਾਂ ਪਿਓ ਭੈਣ ਭਰਾ ਕੋਈ ਨਹੀਂ। ਜਿਸਕਾ ਨਾ ਹੀ ਕੋਏ ਹੈ, ਤਿਸਕਾ ਪ੍ਰਭ ਸੋਏ ਹੈ। ਜਿਹਦਾ ਕੋਈ ਨਹੀਂ, ਉਹ ਪ੍ਰਮਾਤਮਾ ਉਹਦਾ ਹੈ। ਉਹ ਦੀਨਾ ਬੰਧੂ ਹੈ, ਉਹ ਗਰੀਬ ਨਵਾਜ ਹੈ, ਉਹ ਅਨਾਥਾਂ ਦਾ ਨਾਥ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਜਿਹੜਾ ਅਨਾਥਾਂ ਦਾ ਨਾਥ ਵਾਹਿਗੁਰੂ, ਦੀਨਾਂ ਦੇ ਦੁੱਖਾਂ ਨੂੰ ਕੱਟਣ ਵਾਲਾ ਹੈ। ਉਹ ਜਿਹੜਾ ਪ੍ਰਮਾਤਮਾ ਪੂਰ ਰਹਿਓ ਘਟ ਵਾਸੀ, ਸਾਰੇ ਥਾਵਾਂ ਤੇ ਜਿਹੜਾ ਰਮਿਆ ਹੋਇਆ ਹੈ, ਵਸਦਾ ਹੈ, ਉਸ ਪ੍ਰਮਾਤਮਾ ਦੇ ਗੁਣ ਗਾਓ। ਹੋਰ ਕਿਸੇ ਦੇ ਗੁਣ ਗਾਉਣ ਦੀ ਲੋੜ ਨਹੀਂ ਹੈ। ਜੇ ਉਸ ਪ੍ਰਮਾਤਮਾ ਦੇ ਗੁਣ ਗਾਓਗੇ, ਵਿਖਿਆ ਪੋਹ ਨਾ ਸਕੀ ਮਿਲ ਸਾਧੂ ਗੁਣ ਗਾਓ। ਪਾਣੀ 'ਚ ਵੜਾਂਗੇ ਨਾ, ਪਾਣੀ ਨੇ ਸਾਡੇ ਸਰੀਰ ਨੂੰ ਡੋਬਣਾ ਹੀ ਹੈ, ਸਾਡੇ ਸਰੀਰ ਦੇ ਕੱਪੜਿਆਂ ਨੂੰ ਭਿਉਣਾ ਹੀ ਹੈ, ਗਿੱਲਿਆਂ ਕਰਨਾ ਹੀ ਕਰਨਾ ਪਾਣੀ ਨੇ। ਇਹ ਨਹੀਂ ਪਾਣੀ 'ਚ ਵੜੀਏ ਤੇ ਸਾਨੂੰ ਪਾਣੀ ਜਿਹੜਾ ਗਿੱਲੀਆਂ ਨਾ ਕਰੇ, ਇਹ ਨਹੀਂ ਹੋ ਸਕਦਾ। ਦੁਨੀਆ 'ਚ ਰਵਾਂਗੇ, ਇਹ ਦੁਨੀਆ ਦਾ ਅਸਰ ਸਾਡੇ ਤੇ ਪੈਣਾ ਹੀ ਪੈਣਾ। ਚਿੰਤਾਵਾਂ ਨੇ, ਦੁੱਖਾਂ ਨੇ, ਪਰੇਸ਼ਾਨੀਆਂ ਨੇ, ਵਿਕਾਰਾਂ ਨੇ, ਮਾਇਆ ਨੇ ਸਾਡੇ ਤੇ ਆਪਣਾ ਪ੍ਰਭਾਵ ਪਾਉਣਾ ਹੀ ਪਾਉਣਾ। ਇਹਦੇ ਤੋਂ ਬਚਣ ਦਾ ਹੋਰ ਕੋਈ ਤਰੀਕਾ ਨਹੀਂ। ਜਿਵੇਂ ਪਾਣੀ 'ਚ ਵੜੀਏ, ਪਾਣੀ ਸਾਡੇ ਕੱਪੜਿਆਂ ਨੂੰ ਗਿੱਲਿਆਂ ਕਰੇਗਾ ਹੀ ਕਰੇਗਾ, ਡੁੱਬੇਗਾ ਸਾਨੂੰ। ਪਰ ਪਾਣੀ 'ਚ ਮੁਰਗਾਬੀ ਰਹਿੰਦੀ, ਇੱਕ ਮੁਰਗਾਬੀ, ਉਹਦੇ ਖੰਭ ਭਿੱਜਦੇ ਹੀ ਨਹੀਂ, ਪਾਣੀ 'ਚ ਹੀ ਰਹਿੰਦੀ, ਖੰਭ ਭਿੱਜਦੇ ਨਹੀਂ। ਕਮਲ ਦਾ ਫੁੱਲ ਪਾਣੀ ਉਹਨੂੰ ਆਪਣੇ 'ਚ ਡੋਬ ਹੀ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਐਸ ਦੁਨੀਆ 'ਚ ਰਹੋਗੇ, ਇੱਥੇ ਤੇ ਭਾਈ ਮੈਲ ਲੱਗਣੀ ਹੈ, ਇੱਥੇ ਤੇ ਦੁੱਖ ਵੀ ਆਪਣੇ ਨੇ। ਪਰ ਜੇ ਤੁਸੀਂ ਚਾਹੁੰਦੇ ਹੋ ਕਿ ਦੁਨੀਆ 'ਚ ਰਹਿ ਕੇ ਦੁੱਖ ਨਾ ਵਿਆਪੇ, ਸਾਡੇ ਤੇ ਮਾਇਆ ਦਾ, ਔਗਣਾਂ ਦਾ ਕੋਈ ਪ੍ਰਭਾਵ ਨਾ ਪਏ, ਤੇ ਉਹ ਜਿਹੜਾ ਪ੍ਰਮਾਤਮਾ ਸਾਰਿਆਂ ਚਰਮਿਆਂ ਨਾ, ਉਸ ਪ੍ਰਮਾਤਮਾ ਨੂੰ ਚੇਤੇ ਕਰੋ। ਕੋਈ ਪਰੇਸ਼ਾਨੀ ਨਹੀਂ ਤੁਹਾਡੇ ਨੇੜੇ ਆਏਗੀ। ਫਿਰ ਤੇ ਤਾਤੀ ਵਾਹ ਨਾ ਲੱਗੇ, ਪਾਰ ਬ੍ਰਹਮ ਸਰਣਾਈ। ਦੁੱਖਾਂ ਦੀ ਤੱਤੀ ਵਾਹ ਤੁਹਾਨੂੰ ਲੱਗੇਗੀ ਨਹੀਂ, ਵਗੇਗੀ।
ਤੱਤੀ ਵਾਹ ਤਾਂ ਵਗਣੀ ਹੈ। ਗਰਮੀਆਂ ਦੇ ਦਿਨ ਨੇ, ਲੂਆਂ ਵਗਦੀਆਂ ਨੇ, ਪਰ ਜੇ ਅਸੀਂ ਕਿਤੇ ਏਸੀ ਰੂਮ 'ਚ ਬੈਠੇ ਤੇ ਲੂ ਵਗਦੀ ਜਾਏ, ਸਾਨੂੰ ਲੱਗਦੀ ਨਹੀਂ ਹੈ। ਇਹ ਦੁਨੀਆ ਦੇ ਵਿੱਚ ਜੋ ਪ੍ਰਮਾਤਮਾ ਨੇ ਜਗਤ ਬਣਾਇਆ, ਇੱਥੇ ਹਨੇਰੀਆਂ ਚੱਲਣੀਆਂ ਹੀ ਚੱਲਣੀਆਂ ਨੇ, ਦੁੱਖ ਆਉਣੇ ਹੀ ਆਉਣੇ ਨੇ। ਪਰ ਜੇ ਅਸੀਂ ਉਸ ਪ੍ਰਮਾਤਮਾ ਦੇ ਗੁਣ ਗਾਵਾਂਗੇ, ਫਿਰ ਤੱਤੀ ਵਾਹ ਨਹੀਂ ਲੱਗੀ। ਇਹ ਮਾਇਆ ਨੇ ਆਪਣਾ ਪ੍ਰਭਾਵ ਪਾਉਣਾ ਹੈ, ਮਾਇਆ ਦੀ ਇਹ ਡਿਊਟੀ ਹੈ, ਮਾਇਆ ਦਾ ਇਹ ਸੁਭਾਅ ਹੈ। ਪਰ ਜੇ ਪ੍ਰਮਾਤਮਾ ਦੇ ਗੁਣ ਗਾਓਗੇ, ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾਓ। ਇਹ ਮਾਇਆ ਦਾ ਜਿਹੜਾ ਵਿਸ਼ੈਲਾ ਸੁਭਾਅ ਹੈ, ਇਹ ਜ਼ਹਿਰ ਐ, ਤੁਹਾਡੇ ਤੇ ਅਸਰ ਨਹੀਂ ਕਰੇਗੀ। ਸੱਪ ਹੈ ਨਾ, ਸੱਪ ਜ਼ਹਿਰੀਲੇ ਹੁੰਦੇ ਨੇ, ਬੰਦੇ ਨੂੰ ਡੰਗ ਮਾਰਦੇ ਨੇ, ਬੰਦਾ ਮਰ ਜਾਂਦਾ ਹੈ, ਆਮ ਬੰਦੇ ਡਰਦੇ ਨੇ ਉਹਦੇ ਕੋਲ। ਲੇਕਿਨ ਜੋਗੀ ਹੁੰਦੇ ਨੇ, ਜੋਗੀਆਂ ਕੋਲ ਕੋ ਮੰਤਰ ਹੁੰਦਾ, ਜੁਗਤ ਹੁੰਦੀ ਹੈ, ਉਹ ਸੱਪ ਨੂੰ ਫੜ ਕੇ ਪਟਾਰੀ 'ਚ ਪਾ ਲੈਂਦੇ ਨੇ, ਗਲ 'ਚ ਪਾਈ ਫਿਰਦੇ ਨੇ, ਉਹਨਾਂ ਦਾ ਕੁਝ ਵੀ ਨਹੀਂ ਵਿਗੜਦਾ। ਇਹ ਮਾਇਆ ਨੇ ਤਾਂ ਡੰਗ ਮਾਰਨਾ ਹੀ ਹੈ, ਮਾਇਆ ਦੇ ਤੇ ਆਪਣਾ ਅਸਰ ਪਾਉਣਾ ਹੀ ਹੈ। ਪਰ ਜੇ ਤੁਸੀਂ ਪ੍ਰਮਾਤਮਾ ਦੇ ਗੁਣ ਗਾਓਗੇ, ਵਿਖਿਆ ਪੋ ਨਾ ਸਕੇ, ਇਹ ਮਾਇਆ ਦਾ ਜ਼ਹਿਰ ਤੁਹਾਡੇ ਤੇ ਅਸਰ ਨਹੀਂ ਕਰੇਗਾ, ਮਾਇਆ ਤੁਹਾਨੂੰ ਪ੍ਰਭਾਵਿਤ ਨਹੀਂ ਕਰੇਗੀ। ਫਿਰ ਇਹ ਨਹੀਂ ਕਿ ਮੇਰੇ ਕੋਈ ਸਾਰੀ ਦੁਨੀਆ ਦੀ ਆ ਜਾਏ, ਫਿਰ ਤਾਂ ਜੋ ਵਾਹਿਗੁਰੂ ਬਖਸ਼ਦਾ ਹੈ ਉਹਦੀ ਦਾਤ ਸਮਝ ਕੇ ਬੰਦਾ ਫਿਰ ਆਪਣੀ ਜ਼ਿੰਦਗੀ ਬਤੀਤ ਕਰੀ ਜਾਂਦਾ ਹੈ। ਇਸ ਕਰਕੇ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਓ। ਉਹ ਪ੍ਰਮਾਤਮਾ ਜਿਹੜਾ ਸਾਰੇ ਥਾਵਾਂ ਤੇ ਰਮੇ ਹੈ, ਉਹਦੇ ਗੁਣ ਗਾਓਗੇ, ਕੀ ਹੋਵੇਗਾ? ਕਾਮ ਕ੍ਰੋਧ ਝੂਠ ਤਜ ਨਿੰਦਾ, ਹਰ ਸਿਮਰਨ ਬੰਧਨ ਟੂਟੇ। ਭਾਈ ਜੇ ਪ੍ਰਮਾਤਮਾ ਦੇ ਗੁਣ ਗਾਓਗੇ, ਤੁਹਾਡੇ ਅੰਦਰੋਂ ਕਾਮ, ਕ੍ਰੋਧ, ਝੂਠ, ਨਿੰਦਾ, ਇਹ ਸਭ ਕੁਝ ਆਪਣੇ ਆਪ ਹੀ ਦੂਰ ਹੋਣੀ ਸ਼ੁਰੂ ਹੋ ਜਾਏਗੀ। ਇਹ ਤੁਹਾਡੇ ਤੇ ਪ੍ਰਭਾਵ ਨਹੀਂ ਪਾ ਸਕਣਗੇ। ਤੁਸੀਂ ਇਹਨਾਂ ਦੇ ਗੁਲਾਮ ਨਹੀਂ ਬਣ ਕੇ ਰਹਿ ਜਾਓਗੇ, ਸਗੋਂ ਤੁਸੀਂ ਇਹਨਾਂ ਦੇ ਮਾਲਕ ਬਣ ਜਾਓਗੇ। ਹਰ ਸਿਮਰਨ ਬੰਧਨ ਟੁੱਟੈ। ਪ੍ਰਮਾਤਮਾ ਦੇ ਗੁਣ ਗਾਓਗੇ, ਤੁਹਾਡੇ ਬੰਧਨ ਟੁੱਟ ਜਾਣਗੇ, ਤੁਸੀਂ ਬੰਧਨਾਂ ਤੋਂ ਮੁਕਤ ਹੋ ਜਾਏ। ਜਿਹਨੂੰ ਕਹਿੰਦੇ ਨਾ ਮੁਕਤੀ ਚਾਹੀਦੀ, ਮੁਕਤੀ, ਉਹ ਮੁਕਤੀ ਪ੍ਰਮਾਤਮਾ ਦੇ ਗੁਣ ਗਾਇਆ ਮਿਲਣੀ ਹੈ। ਜੋ ਜੋ ਪ੍ਰਮਾਤਮਾ ਦੇ ਗੁਣ ਗਾਉਂਦੇ, ਸਾਡੇ ਔਗੁਣਾਂ ਦੀਆਂ ਜੰਜੀਰਾਂ ਕੱਟੀਆਂ ਜਾਂਦੀਆਂ ਨੇ। ਅਸੀਂ ਮੁਕਤੀ ਚਾਹੁੰਦੇ ਹਾਂ, ਪਰ ਅਸੀਂ ਕਿਹੜੇ ਬੰਧਨ 'ਚ ਪਏ ਜੇ ਤੋਂ ਮੁਕਤੀ ਚਾਹੀਦੀ ਹੈ? ਮੁਕਤੀ ਦਾ ਅਰਥ ਹੁੰਦਾ ਆਜ਼ਾਦੀ, ਮੁਕਤੀ ਦਾ ਅਰਥ ਹੁੰਦਾ ਸੁਤੰਤਰਤਾ। ਹੁਣ ਜੇ ਅਸੀਂ ਸੁਤੰਤਰਤਾ ਚਾਹੁੰਦੇ ਤੇ ਗੁਲਾਮੀ ਕੀ ਹੈ? ਬੰਧਨ ਕੀ ਨੇ? ਕੈਦ ਕਿਹੜੀ ਹੈ? ਉਹ ਗੁਲਾਮੀ ਹੈ ਇਹਨਾਂ ਵਿਕਾਰਾਂ ਦੀ, ਮਾਇਆ ਦੀ। ਇਹ ਸਾਨੂੰ ਭਜਾਈ ਫਿਰਦੇ ਨੇ ਔਗਣ ਤੇ ਵਿਕਾਰ। ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ। ਜਿੰਨੇ ਔਗਣ ਨੇ ਸਾਡੇ ਗਲ 'ਚ ਜੰਜੀਰਾਂ ਪਈਆਂ ਹੋਈਆਂ ਨੇ। ਇਹਨਾਂ ਜੰਜੀਰਾਂ ਤੋਂ ਮੁਕਤ ਹੋਣ ਦਾ ਇੱਕੋ ਇੱਕ ਤਰੀਕਾ ਹੈ, ਕਾਮ ਕ੍ਰੋਧ ਝੂਠ ਤਜ ਨਿੰਦਾ, ਹਰ ਸਿਮਰਨ ਬੰਧਨ ਟੁੱਟੇ। ਭਾਈ ਪ੍ਰਮਾਤਮਾ ਦਾ ਸਿਮਰਨ ਕਰੋ, ਪ੍ਰਮਾਤਮਾ ਦੇ ਗੁਣ ਗਾਓ। ਪ੍ਰਮਾਤਮਾ ਦੇ ਗੁਣ ਗਾਓਗੇ, ਇਹ ਕਾਮ, ਕ੍ਰੋਧ, ਝੂਠ, ਨਿੰਦਾ ਆਦਿਕ ਸਭ ਕੁਝ ਤੁਸੀਂ ਤਿਆਗ ਦੇਵੋਗੇ। ਵਾਹਿਗੁਰੂ ਜੀ ਦੇ ਗੁਣ ਗਾਓਗੇ, ਤੁਹਾਡੇ ਬੰਧਨ ਟੁੱਟ ਜਾਣਗੇ। ਕਿਉਂਕਿ ਬੰਧਨ ਤੇ ਤਾਂ ਹੀ ਟੁੱਟਦੇ ਨੇ ਜੇ ਕੋਈ ਸੁਤੰਤਰ ਬੰਦੇ ਨੂੰ ਅਸੀਂ ਯਾਦ ਕਰਾਂਗੇ, ਉਹ ਸਾਨੂੰ ਬੰਧਨਾਂ ਤੋਂ ਮੁਕਤ ਕਰ ਦੇਵੇਗਾ। ਤੇ ਜਿਹੜਾ ਬੰਦਾ ਆਪ ਹੀ ਬੰਧਨਾਂ 'ਚ, ਉਹਨੇ ਸਾਨੂੰ ਮੁਕਤ ਕੀ ਕਰਨਾ ਹੈ? ਜਿਨ੍ਹਾਂ ਲੋਕਾਂ ਦੀਆਂ ਅਸੀਂ ਆਸਾਂ ਲਾਈ ਬੈਠੇ, ਉਹਨਾਂ ਨੂੰ ਤੇ ਬੇਅੰਤ ਬੰਧਨ ਨੇ। ਹੰਕਾਰ ਦਾ ਬੰਧਨ ਹੈ, ਆਪਣੀ ਉਸਤਤ ਕਰਾਉਣ ਦਾ ਬੰਧਨ ਹੈ, ਹੋਰ ਕਈਆਂ ਨੂੰ ਮੱਥੇ ਟਿਕਾਉਣ ਦਾ ਬੰਧਨ ਚੰਬੜ ਗਿਆ। ਪਰਮਾਤਮਾ ਗੁਰੂ ਅਰਜਨ ਦੇਵ ਜੀ ਕਹਿੰਦੇ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਉਹ ਭਾਈ ਬੰਦਨਾ ਕੇਵਲ ਪ੍ਰਮਾਤਮਾ ਨੂੰ ਕਰੋ, ਗੁਣ ਕੇਵਲ ਉਸ ਪ੍ਰਮਾਤਮਾ ਦੇ ਰਾਜੇ ਪ੍ਰਭੂ ਦੇ ਗਾਓ, ਜਿਹੜਾ ਪ੍ਰਥਵੀ ਨੂੰ ਪਾਲਣ ਵਾਲਾ ਹੈ। ਬਾਕੀ ਸਾਰੇ ਪ੍ਰਮਾਤਮਾ ਦੇ ਬਣਾਏ ਹੋਏ ਨੇ। ਜੇ ਪ੍ਰਮਾਤਮਾ ਦੇ ਗੁਣ ਗਾਓਗੇ, ਤੁਹਾਡੇ ਬੰਧਨ ਟੁੱਟ ਜਾਣਗੇ। ਮੋਹ ਮਗਨ ਅਹੰਗ ਅਦ ਮਮਤਾ, ਗੁਰ ਕਿਰਪਾ ਤੇ ਛੂਟੈ। ਆ ਜਿਹੜਾ ਸਾਡਾ ਮਨ ਹਰ ਵੇਲੇ ਮੋਹ ਵਿੱਚ ਹੀ ਮਗਨ ਰਹਿੰਦਾ ਹੈ। ਮੋਹ ਦਾ ਅਰਥ ਹੁੰਦਾ ਹੈ ਆਪਣੇ ਪਰਿਵਾਰ ਦੇ ਨਾਲ ਹੀ ਖਿੱਚ ਬਣੀ ਰਹਿਣੀ, ਆਪਣਿਆਂ ਦੇ ਨਾਲ ਹੀ, ਆਪਣੇ ਕੰਮ ਦੇ ਨਾਲ ਹੀ। ਉਹਦੇ ਤੋਂ ਬਿਨਾਂ ਸਾਨੂੰ ਕੋਈ ਨਜ਼ਰ ਨਾ ਆਏ। ਮੇਰਾ ਹੀ ਪਰਿਵਾਰ ਸੁਖੀ ਰਹਿਣਾ ਚਾਹੀਦਾ, ਬਾਕੀ ਜਿੱਧਰ ਮਰਜ਼ੀ ਜਾਣ। ਮੇਰੇ ਬੱਚੇ ਅਮੀਰ ਹੋਣੇ ਚਾਹੀਦੇ, ਮੇਰੀਆਂ ਪੁਸ਼ਤਾਂ ਅਮੀਰ ਹੋ ਜਾਣ, ਬਾਕੀਆਂ ਨੂੰ ਭਾਵੇਂ ਲੁੱਟ ਲਓ, ਭਾਵੇਂ ਮਰ ਜਾਣ। ਸਾਨੂੰ ਕੀ ਹੈ? ਇਹੀ ਕੁਝ ਚੱਲ ਰਿਹਾ ਨਾ ਮਨੁੱਖੀ ਸਮਾਜ ਵਿੱਚ। ਆਪਣੇ ਸਵਾਰਥ ਦੀ ਖਾਤਰ ਆਪਾਂ ਦੇਖਦੇ ਹਾਂ ਲੋਕੀ ਕਿੰਨੇ ਕਿੰਨੇ ਘਿਨਾਉਣੇ ਕੰਮ ਕਰਦੇ ਨੇ।
ਪੋਲੀਟੀਸ਼ੀਅਨ ਜਿਹੜੇ ਨੇ ਕਿੰਨੇ ਕਿੰਨੇ ਘਿਨਾਉਣੇ ਕੰਮ ਕਰਦੇ ਸਿਰਫ ਇਸ ਕਰਕੇ ਕਿ ਸਾਡੀ ਰਾਜਗੱਦੀ ਬਣੀ ਰਹੇ। ਕਿੰਨੇ ਕਿੰਨੇ ਖਤਰਨਾਕ ਉਹ ਖੇਡ ਖੇਡਦੇ ਨੇ। ਸਤਿਗੁਰੂ ਜੀ ਕਹਿੰਦੇ ਮੋਹ ਵਿੱਚ ਮਗਨ ਇਹ ਸਾਡਾ ਮਨ, ਅਹੰਗ ਅੰਧ, ਜਿਹੜਾ ਹੰਕਾਰ 'ਚ ਅੰਨ੍ਹਿਆ ਹੋਇਆ ਫਿਰਦਾ ਮਨ, ਅੰਧਾ ਹੋ ਗਿਆ ਸਾਡਾ ਮਨ। ਮਮਤਾ, ਮਮਤਾ ਦਾ ਅਰਥ ਹੁੰਦਾ ਹੈ ਪਕੜ, ਐਨ ਘੁੱਟ ਕੇ ਕਿਸੇ ਚੀਜ਼ ਨੂੰ ਫੜਨਾ ਕਿ ਮੇਰਾ ਹੀ ਹੈ। ਇਹ ਜਿਹੜੀ ਸਾਡੇ ਅੰਦਰ ਮਮਤਾ ਹੈ, ਸਾਡੇ ਅੰਦਰ ਜਿਹੜਾ ਮਨ ਹੰਕਾਰ ਕਰਕੇ ਅੰਧਾ ਹੋ ਗਿਆ ਹੈ, ਸਾਡੇ ਅੰਦਰ ਜਿਹੜਾ ਸਾਡਾ ਮਨ ਮੋਹ ਵਿੱਚ ਹੀ ਮਗਨ ਹੈ, ਇਹਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ। ਜਦੋਂ ਤੁਸੀਂ ਗੁਰੂ ਕੀ ਹਜ਼ੂਰੀ ਚਾਹੋਗੇ, ਗੁਰ ਕਿਰਪਾ ਤੇ ਛੂਟੇ, ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਪਰਮਾਤਮਾ ਦੇ ਗੁਣ ਗਾਓਗੇ ਤੇ ਤੁਹਾਡੇ ਮਨ ਚੋਂ ਇਹ ਮੋਹ ਖਤਮ ਹੋ ਜਾਏਗਾ, ਤੁਹਾਡੇ ਮਨ ਚੋਂ ਹੰਕਾਰ ਮਿਟ ਜਾਏਗਾ, ਤੁਹਾਡੇ ਮਨ ਚੋਂ ਮਮਤਾ ਮੁੱਕ ਜਾਏਗੀ, ਤੁਹਾਡੇ ਮਨ ਚੋਂ ਇਹ ਔਗਣ ਆਪਣੇ ਆਪ ਮਿਟਣੇ ਸ਼ੁਰੂ ਹੋ ਜਾਣਗੇ। ਤੁਸੀਂ ਗੁਰੂ ਪ੍ਰਭੂ ਨਾਲ ਪਿਆਰ ਕਰੋਗੇ, ਇਹ ਮੋਹ ਆਪਣੇ ਆਪ ਖਤਮ ਹੋ ਜਾਏਗਾ। ਜਿੱਥੇ ਪਿਆਰ ਨਹੀਂ ਉੱਥੇ ਮੋਹ ਹੁੰਦਾ ਹੈ। ਤੁਸੀਂ ਉਸ ਪਰਮਾਤਮਾ ਦੇ ਪਿਆਰ ਜੁੜ ਕੇ ਕਰੋਗੇ, ਮਾਣ ਕਰੋ ਤਦੂਪਰੇ ਮੇਰੇ ਪ੍ਰੀਤਮ ਪਿਆਰੇ, ਹੰਕਾਰ ਮਿਟ ਜਾਏਗਾ। ਪਰਮਾਤਮਾ ਤੇ ਮਾਣ ਕਰੋ ਜਿਨਨੇ ਸਾਨੂੰ ਸਭ ਕੁਝ ਦਿੱਤਾ ਹੈ, ਹੰਕਾਰ ਆਪੇ ਖਤਮ ਹੋ ਜਾਏਗਾ ਕਿ ਵਾਹਿਗੁਰੂ ਜੀ ਤੇ ਤੁਹਾਡਾ ਹੀ ਦਿੱਤਾ ਹੋਇਆ ਸਭ ਕੁਝ। ਤੁਸੀਂ ਪਰਮਾਤਮਾ ਦੇ ਪਿਆਰ ਜੁੜ ਕੇ ਜਦੋਂ ਸਵੈਮਾਨ ਪੈਦਾ ਕਰ ਲੋਗੇ, ਆਪਣੇ ਅੰਦਰ ਹੱਕ ਸੱਚ ਦੀ ਖਾਤਰ ਜਿਉਣਾ ਪ੍ਰਵਾਨ ਕਰ ਲੋਗੇ, ਫਿਰ ਤੁਹਾਡੇ ਅੰਦਰੋਂ ਕ੍ਰੋਧ ਮਿਟ ਜਾਏਗਾ, ਤੁਹਾਡੇ ਅੰਦਰ ਬੀਰਤਾ ਪੈਦਾ ਹੋ ਜਾਏਗੀ, ਸਵੈਮਾਨ ਪੈਦਾ, ਅਣਖ ਪੈਦਾ ਹੋ ਜਾਏਗੀ। ਸਤਿਗੁਰੂ ਜੀ ਕਹਿੰਦੇ ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਓਗੇ, ਇਹ ਬੰਧਨ ਟੁੱਟ ਜਾਣਗੇ, ਔਗਣ ਮਿਟ ਜਾਣਗੇ। ਤੇ ਉਹ ਪ੍ਰਮਾਤਮਾ ਜਿਹੜਾ ਸਰਵ ਵਿਆਪਕ ਹੈ, ਉਹਦੇ ਗੁਣ ਗਾਉਂਦਿਆਂ ਕੀ ਗੁਣ ਅਸੀਂ ਆਪ ਗਾ ਸਕਦੇ ਹਾਂ। ਸਤਿਗੁਰੂ ਜੀ ਨੇ ਗੁਰਬਾਣੀ 'ਚ ਸਾਨੂੰ ਵਾਰ-ਵਾਰ ਜਿੱਥੇ ਗੁਣ ਗਾਉਣ ਦੀ ਪ੍ਰੇਰਣਾ ਕੀਤੀ ਹੈ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਨੇ ਕਿ ਉਹ ਪ੍ਰਮਾਤਮਾ ਜੋ ਵਾਹਿਗੁਰੂ ਜੀ ਹੈ, ਉਹ ਜਿਹੜਾ ਸਰਵ ਵਿਆਪਕ ਹੈ, ਗਾਵਤ ਸੁਨਤ ਸੁਨਾਵਤ ਸਰਦਾ ਹਰ ਰਸ ਪੀ ਵਡ ਭਾਗੇ। ਉਸ ਪ੍ਰਮਾਤਮਾ ਨੂੰ ਗਾਵਾਂਗੇ, ਉਸ ਪ੍ਰਮਾਤਮਾ ਨੂੰ ਸੁਣਾਂਗੇ, ਲੋਕਾਂ ਨੂੰ ਪ੍ਰਮਾਤਮਾ ਦਾ ਨਾਮ ਸੁਣਾਵਾਂਗੇ, ਸ਼ਰਧਾ ਦੇ ਨਾਲ ਸਾਨੂੰ ਹਰ ਰਸ ਮਿਲੇਗਾ, ਵੱਡੇ ਭਾਗਾਂ ਵਾਲੇ ਬਣ ਜਾਵਾਂਗੇ। ਅਸੀਂ ਆਮ ਕਹਿੰਦੇ ਹਾਂ ਕਿ ਫਲਾਣੇ ਦੇ ਬੜੇ ਵੱਡੇ ਭਾਗ ਨੇ, ਜਾਂ ਸਾਡੇ ਭਾਗ ਵੱਡੇ ਨਹੀਂ ਹੈ, ਜਾਂ ਸਾਡੇ ਭਾਗ ਮਾੜੇ ਨੇ, ਸਾਡੇ ਭਾਗ ਕਦੋਂ ਜਾਗਣਗੇ। ਅਸੀਂ ਸੋਚਦੇ ਹਾਂ ਕਿ ਕੋਈ ਸ਼ਾਇਦ ਕਰਾਮਾਤ ਹੁੰਦੀ ਤੇ ਫਿਰ ਭਾਗ ਜਾਗਦੇ ਨੇ। ਗੁਰਬਾਣੀ ਕਹਿੰਦੀ ਭਾਗ ਤੁਹਾਡੇ ਤੁਸੀਂ ਆਪ ਜਗਾਉਣੇ ਨੇ। ਭਾਗ ਕਿਵੇਂ ਜਾਗਦੇ ਨੇ? ਜਿਉਂ-ਜਿਉਂ ਤੁਸੀਂ, ਵਾਹਿਗੁਰੂ ਜੀ ਨੇ ਭਾਗ ਤੇ ਤੁਹਾਡੇ ਸਾਰਿਆਂ ਦੇ ਲਿਖ ਦਿੱਤੇ। ਦੇਖੋ, ਮਨੁੱਖਾ ਦੇਹੀ ਮਿਲ ਜਾਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਇਹਦੋਂ ਵੱਡੇ ਭਾਗ ਕੀ ਹੋ ਸਕਦੇ ਨੇ? ਗੁਰਬਾਣੀ ਦਾ ਬਚਨ ਹੈ ਕਿ ਇਹ ਵੱਡੇ ਭਾਗਾਂ ਕਰਕੇ ਸਾਨੂੰ ਦੇਹੀ ਮਿਲੀ ਹੈ, ਮਨੁੱਖਾ ਦੇਹੀ ਮਿਲੀ ਹੈ, ਤੰਦਰੁਸਤੀ ਮਿਲੀ ਹੈ, ਸੋਹਣੀ ਧਰਤੀ ਤੇ ਰਹਿ ਰਹੇ ਹਾਂ, ਸੋਹਣੇ ਘਰਾਂ 'ਚ ਰਹਿ ਰਹੇ ਹਾਂ, ਸੋਹਣੇ ਕਾਰੋਬਾਰ ਨੇ। ਹੁਣ ਅਗਲੇ ਭਾਗ ਇਹਨਾਂ ਕੁਝ ਤੇ ਵਾਹਿਗੁਰੂ ਜੀ ਨੇ ਦੇ ਦਿੱਤਾ ਹੈ, ਕੁਝ ਸਾਨੂੰ ਵਾਹਿਗੁਰੂ ਜੀ ਨੇ ਹੱਥ ਦਿੱਤੇ ਨੇ, ਕੁਝ ਵਾਹਿਗੁਰੂ ਜੀ ਨੇ ਸਾਨੂੰ ਰਸਨਾ ਦਿੱਤੀ ਹੈ, ਕੁਝ ਵਾਹਿਗੁਰੂ ਜੀ ਨੇ ਸਾਨੂੰ ਦਿਮਾਗ ਦਿੱਤਾ ਹੈ। ਕਾਹਦੇ ਲਈ ਦਿੱਤਾ ਹੈ? ਝੂਠ ਬੋਲਣ ਲਈ। ਇਹ ਹੱਥ ਕੋਈ ਸਾਨੂੰ ਲੋਕਾਂ ਦੇ ਨਾਲ ਹੇਰਾਫੇਰੀ ਕਰਨ ਲਈ ਦਿੱਤੇ ਨੇ? ਇਹ ਦਿਮਾਗ ਕੋਈ ਚਤਰ ਚਲਾਕੀਆਂ ਲਈ ਦਿੱਤਾ ਰੱਬ ਨੇ ਸਾਨੂੰ? ਵਾਹਿਗੁਰੂ ਜੀ ਨੇ ਭਾਗ ਹਰ ਮਨੁੱਖ ਦੇ ਲਿਖੇ ਨੇ, ਪਰ ਜਦੋਂ ਅਸੀਂ ਦਿਮਾਗ ਦੇ ਨਾਲ ਹੇਰਾਫੇਰੀਆਂ ਕਰਦੇ ਹਾਂ, ਆਪਣੇ ਭਾਗ ਬਰਬਾਦ ਕਰੀ ਚਲੇ ਜਾਂਦੇ ਹਾਂ। ਜਦੋਂ ਅਸੀਂ ਹੱਥਾਂ ਨਾਲ ਬੇਈਮਾਨੀ ਕਰਦੇ ਹਾਂ, ਆਪਣੇ ਭਾਗਾਂ ਤੇ ਛੁਰੀ ਫੇਰਦੇ ਚਲੇ ਜਾਂਦੇ ਹਾਂ। ਜਦੋਂ ਅਸੀਂ ਸਰੀਰ ਦੇ ਨਾਲ ਬੁਰਾ ਸੋਚਦੇ ਹਾਂ, ਮਨ ਨਾਲ ਬੁਰਾ ਸੋਚਦੇ, ਆਪਣੇ ਭਾਗਾਂ ਨੂੰ ਬਰਬਾਦ ਕਰੀ ਚਲੇ ਜਾਂਦੇ ਅਸੀਂ। ਦੇਖੋ ਨਾ, ਮਨੁੱਖਾ ਜ਼ਿੰਦਗੀ ਕੋਈ ਕਿਸੇ ਯਤਨ ਦੇ ਨਾਲ ਪ੍ਰਾਪਤ ਨਹੀਂ ਕਰ ਸਕਦਾ। ਸਾਨੂੰ ਮਿਲੀ, ਤੰਦਰੁਸਤੀ ਮਿਲੀ, ਸਭ ਕੁਝ ਮਿਲਿਆ। ਹੁਣ ਅੱਗੇ ਤੇ ਸਾਡੀ ਡਿਊਟੀ ਸੀ ਨਾ, ਪ੍ਰਮਾਤਮਾ ਨੇ ਸਾਨੂੰ ਖਜ਼ਾਨਾ ਦੇ ਦਿੱਤਾ, ਸਾਨੂੰ ਸਰੀਰ ਦੇ ਦਿੱਤਾ, ਇਹਦੋਂ ਬਾਅਦ ਤੇ ਅਸੀਂ ਆਪ ਹੀ ਮਿਹਨਤ ਕਰਨੀ ਸੀ ਨਾ। ਹੁਣ ਮਾੜੇ ਕੰਮ ਕਰਦੇ, ਉੱਥੇ ਤੇ ਅਸੀਂ ਨਹੀਂ ਕਹਿੰਦੇ ਪ੍ਰਮਾਤਮਾ ਕਰਾਉਂਦਾ ਸਾਡੇ ਕੋਲ, ਉੱਥੇ ਤਾਂ ਆਪਾਂ ਕਿਸੇ ਦੀ ਸਲਾਹ ਨਹੀਂ ਲੈਂਦੇ, ਮਾੜੇ ਕੰਮ ਅਸੀਂ ਕਰੀ ਜਾਂਦੇ ਹਾਂ।
ਮਾੜੇ ਕੰਮ ਕਰਕੇ ਅਸੀਂ ਦੁੱਖਾਂ ਵਾਲੇ ਬੰਨੇ ਨਿੰਦਾ ਕਰੀ ਜਾਂਦੇ ਆ, ਸੁਣੀ ਜਾਂਦੇ ਆ, ਹੋਰ ਅਨੇਕ ਤਰ੍ਹਾਂ ਦੀਆਂ ਬੁਰਾਈਆਂ ਕਰੀ ਜਾਂਦੇ ਆ। ਫਿਰ ਕਹਿੰਦੇ ਜੀ ਸਾਡੇ ਤੇ ਭਾਗ ਹੀ ਮਾੜੇ ਨੇ, ਸਾਡੇ ਤੇ ਪਤਾ ਨਹੀਂ ਕਦੋਂ ਭਾਗ ਜਾਗਣੇ ਨੇ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਤੁਹਾਡੇ ਭਾਗ ਜਾਗ ਸਕਦੇ ਨੇ, ਤੁਸੀਂ ਭਾਗ ਬਣਾ ਸਕਦੇ ਹੋ। ਰੱਬ ਦੇ ਗੁਣ ਗਾਉਣੇ ਸ਼ੁਰੂ ਕਰ ਦਿਓ, ਇਹਦੇ 'ਚ ਤੇ ਕੋਈ ਮੁੱਲ ਨਹੀਂ ਨਾ ਲੱਗਦਾ। ਤੁਸੀਂ ਕਿਸੇ ਤੇ ਕ੍ਰੋਧ ਕਰੋਗੇ, ਤੁਹਾਨੂੰ ਜ਼ੋਰ ਲਾਉਣਾ ਪਏਗਾ, ਸਰੀਰ ਨੂੰ ਖਿੱਚੜ ਹੋਏਗੀ। ਪਿਆਰ ਕਰਨ 'ਚ ਕੋਈ ਜ਼ੋਰ ਨਹੀਂ ਲੱਗਦਾ। ਤੁਸੀਂ ਕਿਸੇ ਨੂੰ ਨਫ਼ਰਤ ਕਰੋਗੇ, ਨਫ਼ਰਤ ਅੱਗ ਹੈ, ਸਰੀਰ ਨੂੰ ਖਿੱਚੜ ਹੋਏਗੀ। ਤੁਸੀਂ ਕਿਸੇ ਨੂੰ ਮੰਦਾ ਕਹੋਗੇ, ਜ਼ੋਰ ਲਾਉਣਾ ਪਏਗਾ। ਤੁਸੀਂ ਕਿਸੇ ਦਾ ਬੁਰਾ ਕਰੋਗੇ, ਜ਼ੋਰ ਲਾਉਣਾ ਪਏਗਾ। ਪਰ ਕਿਸੇ ਦੇ ਲਈ ਚੰਗਾ ਸੋਚਣ ਤੇ ਕੋਈ ਜ਼ੋਰ ਨਹੀਂ ਲੱਗਦਾ। ਸਤਿਗੁਰੂ ਜੀ ਕਹਿੰਦੇ ਜਦੋਂ ਪ੍ਰਮਾਤਮਾ ਦੇ ਗੁਣ ਗਾਓਗੇ, ਜਿਸ ਵੇਲੇ ਚਾਅ ਦੇ ਨਾਲ ਪ੍ਰਮਾਤਮਾ ਦੇ ਗੁਣ ਗਾਓਗੇ, ਚਾਅ ਦੇ ਨਾਲ ਪ੍ਰਮਾਤਮਾ ਦੇ ਗੁਣ ਸੁਣੋਗੇ, ਚਾਅ ਦੇ ਨਾਲ ਲੋਕਾਂ ਨੂੰ ਪ੍ਰਮਾਤਮਾ ਦੀਆਂ ਵਡਿਆਈਆਂ ਦੱਸੋਗੇ, ਸ਼ਰਧਾ ਦੇ ਨਾਲ ਤੁਸੀਂ ਪ੍ਰਮਾਤਮਾ ਦੇ ਰਸ ਨੂੰ ਪੀਓਗੇ, ਤੁਸੀਂ ਵੱਡੇ ਭਾਗਾਂ ਵਾਲੇ ਬਣ ਜਾਓਗੇ। ਜਿਹੜਾ ਪ੍ਰਾਣੀ ਪ੍ਰਮਾਤਮਾ ਦਾ ਧੰਨਵਾਦ ਕਰਦਾ ਉਹ ਬਹੁਤ ਹੀ ਵਡਭਾਗੀ ਹੈ। ਜਿਹੜਾ ਪ੍ਰਾਣੀ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ, ਸਤਿਗੁਰੂ ਜੀ ਨੇ ਕਿਤੇ ਨਹੀਂ ਕਿਹਾ ਜਿਹੜਾ ਤੀਰਥਾਂ ਤੇ ਬੈਠਾ ਉਹ ਵਡਭਾਗੀ ਹੈ। ਕਿਤੇ ਨਹੀਂ ਕਿਹਾ ਸਤਿਗੁਰੂ ਜੀ ਨੇ ਕਿ ਜਿਹੜਾ ਕੋਈ ਖਾਸ ਥਾਂ ਤੇ ਬੈਠ ਗਿਆ ਖਾਸ ਕੱਪੜੇ ਪਾ ਕੇ ਉਹ ਵਡਭਾਗੀ ਹੈ। ਵਡਭਾਗੀ ਉਹ ਹੈ ਜਿਹੜਾ ਪ੍ਰਮਾਤਮਾ ਦੇ ਗੁਣ ਗਾਉਂਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਦੇ ਗੁਣ ਗਾਓਗੇ, ਸੁਣੋਗੇ, ਤੁਸੀਂ ਵੱਡੇ ਭਾਗਾਂ ਵਾਲੇ ਬਣ ਜਾਓਗੇ। ਕਲ ਕਲੇਸ਼ ਮਿਟੇ ਸਭ ਤਨ ਤੇ RAM ਨਾਮ ਲਿਵ ਜਾਗੇ। ਤੁਹਾਡੇ ਅੰਦਰੋਂ ਕਲ ਕਲੇਸ਼ ਮਿਟ ਜਾਏਗਾ। ਕਲ ਕਲੇਸ਼ ਅੰਦਰ ਹੈ ਕਲੇਸ਼। ਸਤਿਗੁਰੂ ਜੀ ਨੇ ਕਿਹਾ ਨਾ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਉਹ ਸਿਮਰ ਸਿਮਰ ਕੇ ਸੁਖ ਮਾਣੋ, ਅੰਦਰੋਂ ਕਲ ਕਲੇਸ਼ ਆਪੇ ਮਿਟ ਜਾਏਗਾ। ਅਸੀਂ ਕਹਿੰਦੇ ਜੀ ਕਲ ਕਲੇਸ਼ ਬੜਾ ਹੈ ਸਾਡੇ ਘਰ 'ਚ, ਜਾਂ ਫਲਾਣੇ ਥਾਂ ਤੇ ਬੜਾ ਕਲੇਸ਼ ਹੈ। ਕਲੇਸ਼ ਨੂੰ ਮੇਟਣ ਦਾ ਇੱਕੋ ਇੱਕ ਤਰੀਕਾ ਹੈ। ਕਲੇਸ਼ ਕਦੋਂ ਹੁੰਦਾ ਹੈ? ਜਦੋਂ ਕਹਿੰਦਾ ਮੈਂ ਠੀਕ ਹਾਂ, ਤੂੰ ਗਲਤ ਹੈ, ਮੈਂ ਇਹ ਕੀਤਾ ਹੈ, ਤੈਨੂੰ ਕਰਨਾ ਚਾਹੀਦਾ, ਮੈਂ ਤੋਂ ਹੀ ਕਲੇਸ਼ ਸ਼ੁਰੂ ਹੁੰਦਾ, ਹੋਰ ਤਾਂ ਕੋਈ ਗੱਲ ਨਹੀਂ ਹੈ। ਤੇ ਜੇ ਅਸੀਂ ਕਹੀਏ ਵੀ ਚਲੋ ਜਿਵੇਂ ਪਰਮਾਤਮਾ ਨੇ ਮੱਤ ਦਿੱਤੀ ਅਸੀਂ ਕਰ ਲਿਆ, ਹੋਰ ਕਰ ਲਵਾਂਗੇ, ਕੋਈ ਗੱਲ ਨਹੀਂ, ਉਦਮ ਬਖਸ਼ੇ ਵਾਹਿਗੁਰੂ। ਕਲ ਕਲੇਸ਼ ਤੇ ਉਦੋਂ ਹੀ ਮਿਟਣੇ ਸ਼ੁਰੂ ਹੋ ਜਾਂਦੇ ਜਦੋਂ ਅਸੀਂ ਪਰਮਾਤਮਾ ਨੂੰ ਹੀ ਸਮਰਪਿਤ ਹੋ ਜਾਂਦੇ। ਸਤਿਗੁਰੂ ਜੀ ਕਹਿੰਦੇ ਤੁਹਾਡੇ ਮਨ ਚੋਂ ਕਲ ਕਲੇਸ਼ ਮਿਟ ਜਾਣਗੇ, ਤੁਹਾਡੇ ਘਰ ਚੋਂ ਕਲ ਕਲੇਸ਼ ਮਿਟ ਜਾਣਗੇ। ਤੁਸੀਂ ਜਿਉਂ-ਜਿਉਂ ਪਰਮਾਤਮਾ ਦੇ ਗੁਣ ਗਾਓਗੇ, ਜਿਉਂ-ਜਿਉਂ ਤੁਹਾਡੀ ਲਿਵ ਪਰਮਾਤਮਾ ਵਾਲੇ ਬੰਨੇ ਲੱਗੇਗੀ, ਤਿਉਂ-ਤਿਉਂ ਤੁਸੀਂ ਜਾਗ ਪਾਓਗੇ, ਸੁਚੇਤ ਹੋ ਜਾਓਗੇ, ਅਵੇਅਰ ਹੋ ਜਾਓਗੇ। ਆ ਜਿਹੜਾ ਆਪਾਂ ਕਹਿੰਦੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਆਹ ਕੰਮ ਹੋ ਗਿਆ, ਗਫਲਤ ਜਿਹੜੀ ਉਹ ਮੁੱਕ ਜਾਏਗੀ। ਹੁਣ ਵਿਕਾਰ ਬਦੋ ਬਦੀ ਸਾਡੇ ਤੇ ਭਾਰੂ ਹੋਈ ਜਾਂਦੇ ਨੇ, ਮਾਇਆ ਬਦੋ ਬਦੀ ਸਾਨੂੰ ਭਰਮਾ ਲੈਂਦੀ ਹੈ। ਅਸੀਂ ਕਮਜ਼ੋਰ ਆ ਨਾ, ਸੁੱਤੇ ਹੋਏ ਆ, ਸੁੱਤਾ ਬੰਦਾ ਲੁੱਟਿਆ ਹੀ ਜਾਂਦਾ ਹੈ। ਚੋਰ ਸੁੱਤਿਆਂ ਦੇ ਘਰ 'ਚ ਹੀ ਲੱਗਦੇ ਨੇ, ਜਾਗਦੇ ਆਪਣੇ ਘਰ ਬਚਾ ਲੈਂਦੇ ਨੇ। ਗੁਰਬਾਣੀ ਕਹਿੰਦੀ ਜਾਗੋ, ਜਾਗਣੇ ਤੇ ਪ੍ਰਮਾਤਮਾ ਦੇ ਗੁਣ ਗਾਇਆ ਕਰੋ। ਜਿਉਂ-ਜਿਉਂ ਪ੍ਰਮਾਤਮਾ ਦੇ ਗੁਣ ਗਾਓਗੇ ਤੁਹਾਡੀ ਲਿਵ ਲੱਗ ਜਾਏਗੀ। ਲਿਵ ਦਾ ਅਰਥ ਹੁੰਦਾ ਲਗਾਤਾਰ ਤੁਹਾਡੀ ਸੁਰਤ ਲੱਗੀ ਰਹੇਗੀ। ਲਿਵ ਦਾ ਅਰਥ ਹੁੰਦਾ ਲਗਾਤਾਰ ਧਿਆਨ ਉਧਰ ਹੀ ਰਹੇਗਾ। ਜਿਉਂ-ਜਿਉਂ ਅਸੀਂ ਸਿਆਣੇ ਕਹਿੰਦੇ ਨੇ ਜਿਹੜੀ ਚੀਜ਼ ਨੂੰ ਤੁਸੀਂ ਲਗਾਤਾਰ ਤਕਰੀਬਨ 40-41 ਦਿਨ ਕਰਦੇ ਰਹੋ ਨਾ, ਲਗਾਤਾਰ ਕਰਦੇ ਰਹੋ, ਫਿਰ ਤੁਹਾਡੀ ਸੁਰਤ ਉਧਰ ਹੀ ਲੱਗੀ ਰਹਿੰਦੀ ਹੈ। ਤੁਸੀਂ ਆਪਣਾ ਸੁਭਾਅ ਬਣਾ ਲਓ, ਰਾਤ ਨੂੰ ਸੌਣ ਲੱਗੇ ਆ ਕੋਈ ਰੱਬ ਨੂੰ ਯਾਦ ਕਰਦੇ, ਕੋਈ ਕੀਰਤਨ ਸੁਣਦੇ, ਕੋਈ ਰੱਬ ਦੇ ਗੁਣ ਸੁਣਦੇ, ਆਪਾਂ ਸੌਣਾ, ਸੌਂ ਜਾਓਗੇ ਨਾ ਇੱਦਾਂ, ਤੇ ਸੁੱਤਿਆਂ ਵੀ ਤੁਹਾਡਾ ਮਨ ਜਿਹੜਾ ਹੈ ਨਾ, ਸਬਕੌਂਸ਼ੀਅਸ ਮਾਈਂਡ ਜਿਹੜਾ ਹੈ ਉਹ ਰੱਬ ਨੂੰ ਹੀ ਚੇਤੇ ਕਰੀ ਜਾਏਗਾ। ਜੋ ਤੁਸੀਂ ਯਾਦ ਕਰੋਗੇ ਉਹਨੂੰ ਚੇਤੇ ਕਰੀ ਜਾਏਗਾ। ਤੇ ਜੇ ਰੋਜ਼ ਇਵੇਂ ਆਪਾਂ ਕਰਦੇ ਰਹਾਂਗੇ, ਰੋਜ਼ ਕਰਦੇ ਕਰਦੇ ਸਾਡਾ ਉਹ ਜਿਹੜਾ ਸਬਕੌਂਸ਼ੀਅਸ ਮਾਈਂਡ ਹੈ ਨਾ, ਉਹ ਹਮੇਸ਼ਾ ਹੀ ਰੱਬ ਵੱਲ ਲੱਗਾ ਰਹੇਗਾ, ਲਿਵ ਲੱਗ ਜਾਏਗੀ। ਕੰਮ ਕਰਦਿਆਂ ਵੀ ਉਧਰ ਹੀ ਧਿਆਨ ਰਹੇਗਾ। ਫਿਰ ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸਤਿਗੁਰੂ ਜੀ ਕਹਿੰਦੇ ਰੱਬ ਦੇ ਗੁਣ ਗਾਓਗੇ ਕਲ ਕਲੇਸ਼ ਮਿਟੇਗਾ। ਰੱਬ ਦੇ ਗੁਣ ਗਾਓਗੇ ਤੁਹਾਡਾ ਮਨ ਜਾਗ ਪਏਗਾ, ਸੁਚੇਤ ਹੋ ਜਾਏਗਾ, ਸਾਵਧਾਨ ਹੋ ਜਾਏਗਾ। ਜਦੋਂ ਜਾਗ ਪਿਆ ਤੁਹਾਡੇ ਤੇ ਮਾਇਆ ਕੋਈ ਪ੍ਰਭਾਵ ਨਹੀਂ ਪਾ ਸਕੇਗੀ। ਰੱਬ ਦੇ ਗੁਣ ਗਾਓਗੇ ਕਾਮ ਕ੍ਰੋਧ ਝੂਠ ਤਜ ਨਿੰਦਾ, ਹਰ ਸਿਮਰਤ ਬੰਧਨ ਟੂਟੇ। ਜਿਉਂ-ਜਿਉਂ ਵਾਹਿਗੁਰੂ ਜੀ ਦਾ ਸਿਮਰਨ ਕਰੋਗੇ, ਹਰ ਸਿਮਰਨ ਬੰਧਨ ਟੂਟੇ। ਤੁਹਾਡੇ ਅੰਦਰੋਂ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਹ ਸਾਰੇ ਬੰਧਨ ਟੁੱਟਣੇ ਸ਼ੁਰੂ ਹੋ ਜਾਣਗੇ। ਮੋਹ ਮਗਨ ਅਹੰਗ ਅਧ ਮਮਤਾ ਗੁਰ ਕਿਰਪਾ ਤੇ ਛੂਟੇ।
ਆ ਜਿਹੜਾ ਸਾਡਾ ਮਨ ਮੋਹ 'ਚ ਹੀ ਮਗਨ ਰਹਿੰਦਾ ਹੈ, ਹੰਕਾਰ 'ਚ ਹੀ ਅੰਨਾ ਹੋਇਆ ਫਿਰਦਾ, ਮਮਤਾ 'ਚ ਹੀ ਐਨ ਜਕੜਿਆ ਹੋਇਆ। ਗੁਰੂ ਦੀ ਕਿਰਪਾ ਸਦਕਾ ਇਹ ਛੁੱਟ ਜਾਏਗਾ, ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਏਗਾ। ਫਿਰ ਸਾਹਿਬ ਜੀ ਕਹਿੰਦੇ ਅਰਦਾਸ ਕਰੀਓ ਉਸ ਪ੍ਰਮਾਤਮਾ ਦੇ ਅੱਗੇ ਕਿ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ। ਹੇ ਵਾਹਿਗੁਰੂ ਜੀ, ਤੁਸੀਂ ਸਮਰੱਥ ਹੋ, ਸਰਬ ਕਲਾ ਸਮਰੱਥ, ਤੁਸੀਂ ਪਾਰ ਬ੍ਰਹਮ ਹੋ, ਤੁਹਾਡਾ ਕੋਈ ਪਾਰਾਵਾਰ ਨਹੀਂ ਹੈ, ਤੁਸੀਂ ਸਾਡੇ ਸੁਆਮੀ ਹੋ, ਮਾਲਕ ਹੋ। ਵਾਹਿਗੁਰੂ ਜੀ, ਮੈਂ ਤੁਹਾਡਾ ਸੇਵਾਦਾਰ ਹਾਂ, ਤੁਸੀਂ ਮੇਰੇ ਤੇ ਕਿਰਪਾ ਕਰੋ, ਤੁਸੀਂ ਸਰਬ ਕਲਾ ਸਮਰੱਥ ਹੋ। ਜੇ ਤਰੁੱਠੇ ਹੋ ਤੇ ਮੈਨੂੰ ਇਹ ਦਾਤ ਦੇ ਦਿਓ ਕਿ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋਏ ਹੋ। ਦਿਨ ਰਾਤ ਤੁਹਾਡੇ ਗੁਣ ਗਾਵਾਂ, ਤੁਹਾਡੀ ਕੀਰਤੀ ਕਰਾਂ, ਤੁਹਾਡੀ ਸਿਫਤ ਸਲਾਹ ਕਰਾਂ। ਜਿਉਂ-ਜਿਉਂ ਉਹਦੀ ਸਿਫਤ ਸਲਾਹ ਕਰਾਂਗੇ ਨਾ, ਸਤਿਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਜਿਹਦੇ ਤੇ ਤਰੁੱਠ ਕੇ ਵਾਹਿਗੁਰੂ ਜੀ ਨੇ ਜਿਹਨੂੰ ਆਪਣੇ ਗੁਣ ਗਾਉਣ ਦੀ ਸਿਫਤ ਸਲਾਹ ਦੀ ਦਾਤ ਦੇ ਦਿੱਤੀ ਨਾ, ਉਹ ਬੰਦਾ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਉਹ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ, ਬੇਪਰਵਾਹ ਹੋ ਜਾਂਦਾ ਹੈ, ਕਿਉਂਕਿ ਹਮੇਸ਼ਾ ਪ੍ਰਮਾਤਮਾ ਦੇ ਨਾਲ ਹੁੰਦਾ ਹੈ। ਉਹ ਪ੍ਰਮਾਤਮਾ ਨੂੰ ਕਦੀ ਭੁਲਾਉਂਦਾ ਹੀ ਨਹੀਂ ਹੈ। ਅਸੀਂ ਪ੍ਰਮਾਤਮਾ ਦੇ ਗੁਣ ਗਾਵਾਂਗੇ ਤੇ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਦੁੱਖ ਨਹੀਂ ਰਹੇਗਾ, ਕੋਈ ਪਰੇਸ਼ਾਨੀ ਨਹੀਂ ਰਹੇਗੀ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਗੱਲ ਇੱਥੋਂ ਸ਼ੁਰੂ ਕੀਤੀ ਸੀ ਕਿ ਅਨ ਦਿਨ ਰਾਮ ਕੇ ਗੁਣ ਕਹੀਏ, ਦਿਨ ਰਾਤ ਪ੍ਰਮਾਤਮਾ ਦੇ ਗੁਣ ਗਾਈਏ। ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਪਾਵਨ ਅਮੋਲ ਬਚਨ ਹੈ ਕਿ ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ। ਮਾਨਸ ਜਨਮ ਅਮੋਲਕ ਪਾਇਆ, ਮਾਨਸ ਜਨਮ ਅਮੋਲਕ ਪਾਇਆ, ਬਿਰਥਾ ਕਾਹੇ ਗਵਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ। ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਓਗੇ, ਕੱਲ ਕਲੇਸ਼ ਤੋਂ ਮੁਕਤ ਹੋ ਜਾਓਗੇ, ਸਦਾ ਲਈ ਤੁਸੀਂ ਸਾਵਧਾਨ ਹੋ ਜਾਓਗੇ, ਕਾਮ ਕ੍ਰੋਧ ਲੋਭ ਝੂਠ ਨਿੰਦਾ ਦੇ ਬੰਧਨ ਟੁੱਟ ਜਾਣਗੇ। ਗੋਬਿੰਦ ਦੇ ਗੁਣ ਗਾਓਗੇ, ਤੁਸੀਂ ਜ਼ਿੰਦਗੀ ਅੰਦਰ ਵੱਡੇ ਭਾਗਾਂ ਵਾਲੇ ਬਣ ਜਾਓਗੇ, ਤੁਹਾਡੇ ਭਾਗ ਜਾਗ ਪੈਣਗੇ। ਤੇ ਸਾਹਿਬ ਕਹਿੰਦੇ ਆਓ ਆਪਾਂ ਅਰਦਾਸ ਕਰੀਏ ਕਿ ਤੂੰ ਸਮਰੱਥ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਜਨ ਤੇਰਾ। ਵਾਹਿਗੁਰੂ ਜੀ, ਤੁਸੀਂ ਸਮਰੱਥ ਹੋ, ਤੁਹਾਡੇ 'ਚ ਸਮਰੱਥਾ ਹੈ, ਤਾਕਤ ਹੈ ਕਿ ਤੁਸੀਂ ਬਖਸ਼ਿਸ਼ ਕਰ ਦਿਓ ਤੇ ਮਨੁੱਖ ਤੁਹਾਡੇ ਗੁਣ ਗਾਉਣ ਲੱਗ ਪੈਂਦਾ। ਹੇ ਵਾਹਿਗੁਰੂ ਜੀ, ਬਖਸ਼ਿਸ਼ ਕਰੋ, ਮੈਂ ਤੁਹਾਡਾ ਸੇਵਕ ਹਾਂ, ਮੇਰੇ ਤੇ ਦਇਆ ਦ੍ਰਿਸ਼ਟੀ ਕਰੋ। ਪੂਰ ਰਹਿਓ ਸਰਬ ਮੈਂ ਠਾਕੁਰ, ਨਾਨਕ ਸੋ ਪ੍ਰਭ ਨੇਰਾ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਉਹ ਪਰਮਾਤਮਾ ਜਿਹੜਾ ਸਾਰੇ ਥਾਵਾਂ ਤੇ ਰਮਿਆ ਹੋਇਆ ਵਿਆਪਕ ਹੈ, ਜਿਹੜਾ ਹਰ ਥਾਂ ਤੇ ਨੇੜੇ ਹੀ ਹੈ, ਉਹ ਸਾਡਾ ਠਾਕੁਰ ਹੈ। ਆਪਾਂ ਉਸ ਠਾਕੁਰ ਦੇ ਅੱਗੇ ਅਰਦਾਸ ਕਰੀਏ, ਉਸ ਠਾਕੁਰ ਦੇ ਹੀ ਆਪਾਂ ਗੁਣ ਗਾਇਆ ਕਰੀਏ। ਉਹ ਠਾਕੁਰ ਦੇ ਗੁਣ ਗਾਵਾਂਗੇ ਜਿਹੜਾ ਗੋਬਿੰਦ ਹੈ, ਜਿਹੜਾ ਅਵਿਨਾਸ਼ੀ ਹੈ, ਜਿਹੜਾ ਦੀਨ ਦੁੱਖ ਭੰਜਨ ਹੈ, ਜਿਹੜਾ ਅਨਾਥਾਂ ਦਾ ਨਾਥ ਹੈ, ਜਿਹੜਾ ਸਰਵ ਵਿਆਪਕ ਹੈ, ਜਿਹੜਾ ਸਰਬ ਸੁੱਖਾਂ ਦਾ ਦਾਤਾ ਹੈ। ਤੇ ਸਤਿਗੁਰੂ ਜੀ ਕਹਿੰਦੇ ਸਾਡੀ ਜ਼ਿੰਦਗੀ 'ਚੋਂ ਦੁੱਖ ਆਪਣੇ ਆਪ ਹੀ ਖਤਮ ਹੋ ਜਾਣਗੇ। ਪਰਮਾਤਮਾ ਦੇ ਗੁਣ ਗਾਉਂਦਿਆਂ ਉਹ ਗੁਣ ਮਨੁੱਖ ਦੇ ਅੰਦਰ ਵੀ ਆ ਕੇ ਵਸ ਜਾਂਦੇ ਨੇ। ਜਦੋਂ ਮਨੁੱਖ ਦੇ ਅੰਦਰ ਗੁਣ ਆ ਗਏ, ਸਤ ਸੰਤੋਖ ਦਇਆ ਧਰਮ ਸਹਿਣਸ਼ੀਲਤਾ ਆ ਗਈ, ਪਰਉਪਕਾਰ ਦੀ ਭਾਵਨਾ ਆ ਗਈ, ਨਿਮਰਤਾ ਆ ਗਈ, ਦੁੱਖ ਤੇ ਉੱਥੇ ਰਹੇਗਾ ਹੀ ਨਹੀਂ। ਦੁੱਖ ਤੇ ਉੱਥੇ ਨੇ ਜਿੱਥੇ ਔਗੁਣ ਨੇ, ਜਿੱਥੇ ਔਗੁਣ ਆਉਣਗੇ ਉੱਥੇ ਦੁੱਖ ਆਉਣਗੇ ਆਉਣਗੇ। ਇਸ ਕਰਕੇ ਉਹਨਾਂ ਦੁੱਖਾਂ ਤੋਂ ਮੁਕਤ ਹੋਣ ਦੇ ਲਈ
ਔਗਣਾਂ ਤੋਂ ਮੁਕਤ ਹੋਣ ਦੇ ਲਈ, ਜੰਜੀਰਾਂ ਤੋਂ ਮੁਕਤ ਹੋਣ ਦੇ ਲਈ ਸਤਿਗੁਰੂ ਜੀ ਕਹਿੰਦੇ ਇੱਕੋ ਇੱਕ ਤਰੀਕਾ ਹੈ, ਅਸੀਂ ਪਰਮਾਤਮਾ ਦੇ ਗੁਣ ਗਾਈਏ, ਕੀਰਤੀ ਕਰੀਏ। ਜਿਉਂ-ਜਿਉਂ ਪਰਮਾਤਮਾ ਦੇ ਗੁਣ ਗਾਵਾਂਗੇ ਤਿਉਂ ਤੋਂ ਸਾਡਾ ਆਪਾ ਨਿਰਮਲ ਹੋਏਗਾ, ਪਵਿੱਤਰ ਹੋਏਗਾ। ਕਿਉਂਕਿ ਜਿਸ ਚੀਜ਼ ਨੂੰ ਸਾਡਾ ਮਨ ਚੇਤੇ ਕਰੇ ਉਹਦਾ ਅਸਰ ਸਾਡੇ ਮਨ ਤੇ ਪੈਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬੇਅੰਤ ਥਾਵਾਂ ਤੇ ਸਾਨੂੰ ਸਾਡੇ ਇਸ ਸੁਭਾਅ ਦਾ ਵਰਣਨ ਕਰਕੇ ਦੱਸਿਆ। ਗੁਰੂ ਸਾਹਿਬ ਜੀ ਦੇ ਬਚਨ ਨੇ ਕਿ ਭੈਰੋਂ ਭੂਤ ਭੀਤਲਾ ਸ਼ੀਤਲਾ ਧਾਵੈ। ਬਾਬਾ ਨਾਮਦੇਵ ਸਾਹਿਬ ਜੀ ਦੇ ਬਚਨ, ਭੈਰੋਂ ਭੂਤ ਸ਼ੀਤਲਾ ਧਾਵੈ। ਭੈਰੋਂ ਦੀ ਜਿਹੜਾ ਆਰਾਧਨਾ ਕਰੇਗਾ ਉਹ ਤੇ ਭੂਤਾਂ 'ਚ ਖਰ ਬਾਹਨ ਉਹ ਛਾਰ ਉਡਾਵੇ। ਉਹ ਤੇ ਮੜੀਆਂ 'ਚ ਜਾ ਕੇ ਸੁਆਹ ਉਡਾਏਗਾ। ਭੈਰੋਂ ਦੇ ਪ੍ਰਥਾਏ ਹੈ ਕਿ ਉਹ ਮੜੀਆਂ ਜਾ ਕੇ ਸੁਆਹ ਉਡਾਉਂਦਾ ਰਹਿੰਦਾ ਤੇ ਉਹਨੂੰ ਚੇਤੇ ਕਰਨ ਵਾਲਾ ਉਹੀ ਕੁਝ ਬਣੇਗਾ। ਸ਼ੀਤਲਾ ਦੀ ਆਰਾਧਨਾ ਕਰਨ ਵਾਲਾ, ਸ਼ੀਤਲਾ ਦੀ ਸਵਾਰੀ ਸ਼ਰਧਾਲੂ ਕਹਿੰਦੇ ਨੇ ਕਿ ਖੋਤੇ ਤੇ ਹੈ, ਖਰ ਬਾਹਨ ਖੋਤੇ ਤੇ ਹੈ। ਤੇ ਸ਼ੀਤਲਾ ਦਾ ਪੁਜਾਰੀ ਵੀ ਖੋਤੇ ਤੇ ਚੜੇਗਾ, ਕਿਹੜਾ ਹਵਾਈ ਜਹਾਜ਼ ਤੇ ਚੜ ਜਾਏਗਾ। ਉਹਦੀ ਪੂਜਾ ਕਰਨ ਵਾਲਾ ਵੀ ਉਹਦੇ ਉਹੋ ਜਿਹਾ ਬਣੇਗਾ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ, ਬੜਦ ਚੜੇ ਡੌਰੂ ਟਮਕਾਵੇ। ਸ਼ਿਵ ਜੀ ਦੀ ਆਰਾਧਨਾ ਕਰਨ ਵਾਲਾ ਸ਼ਿਵ ਜੀ ਵਰਗਾ ਬਣ ਜਾਏਗਾ। ਸ਼ਿਵ ਜੀ ਬਲਦ ਦੇ ਚੜੇ ਹੈ, ਡੌਰੂ ਟਮਕਾਉਂਦਾ ਹੈ, ਗਲ 'ਚ ਸੱਪ ਹੈ, ਉਹੋ ਜਿਹਾ ਰੂਪ ਉਹਨੂੰ ਮਿਲ ਜਾਏਗਾ ਜਿਹੜਾ ਸ਼ਿਵ ਜੀ ਦੀ ਆਰਾਧਨਾ ਕਰੇਗਾ। ਹਾਂ ਤੋ ਏਕ ਰਮਈਆ ਲੈ ਹੂੰ, ਆਨ ਦੇ ਬਦਲਾਵਨ ਦੇ ਹੂੰ। ਬਾਬਾ ਨਾਮਦੇਵ ਜੀ ਕਹਿੰਦੇ ਮੈਂ ਤੇ ਇੱਕ ਵਾਹਿਗੁਰੂ ਜੀ ਦੇ ਗੁਣ, ਪ੍ਰਭੂ ਦੇ ਰਾਮ ਦੇ ਗੁਣ ਗਾਉਂਦਾ, ਬਾਕੀ ਸਭ ਕੁਝ ਕੁਰਬਾਨ ਕਰ ਦਿੱਤਾ ਮੈਂ। ਅਨ ਦਿਨ ਰਾਮ ਕੇ ਗੁਣ ਕਹੀਏ, ਦਿਨ ਰਾਤ ਪਰਮਾਤਮਾ ਦੇ ਗੁਣ ਗਾਈਏ। ਜਿਉਂ-ਜਿਉਂ ਆਪਾਂ ਗੁਣ ਗਾਵਾਂਗੇ ਗੁਣਵਾਨ ਬਣਦੇ ਜਾਵਾਂਗੇ। ਜਿਉਂ-ਜਿਉਂ ਆਪਾਂ ਗੁਣ ਗਾਵਾਂਗੇ ਸਾਡੀ ਮੈਲ ਮਿਟੇਗੀ, ਅਸੀਂ ਨਿਰਮਲ ਹੁੰਦੇ ਜਾਵਾਂਗੇ। ਜਿਉਂ-ਜਿਉਂ ਅਸੀਂ ਨਿਰਮਲ ਤੇ ਗੁਣਵਾਨ ਹੁੰਦੇ ਜਾਵਾਂਗੇ ਤਿਉਂ-ਤਿਉਂ ਪਰਮਾਤਮਾ ਹੀ ਬਣਦੇ ਜਾਵਾਂਗੇ। ਪਰਮਾਤਮਾ ਦੇ ਵਿੱਚ ਲਿਵਲੀਨ ਹੋ ਜਾਵਾਂਗੇ, ਪਰਮਾਤਮਾ ਵਰਗੇ ਬਣ ਜਾਵਾਂਗੇ। ਦੁਨੀਆ ਕਹੇਗੀ ਮਨੁੱਖ ਪਰਮਾਤਮਾ ਹੀ ਹੈ, ਪਰਮਾਤਮਾ ਵਰਗ ਹੈ। ਉਹਦੇ ਲਈ ਸਭ ਤੋਂ ਸੌਖਾ, ਸਭ ਤੋਂ ਉੱਤਮ ਸਾਧਨ ਸਾਨੂੰ ਸਾਡੇ ਸਤਿਗੁਰੂ ਜੀ ਨੇ ਦਿੱਤਾ, ਪਰਮਾਤਮਾ ਦੇ ਗੁਣ ਗਾਓ। ਤੁਸੀਂ ਜੇ ਚਾਹੁੰਦੇ ਕਿ ਸਭ ਕੁਝ ਮਿਲੇ ਫਿਰ ਕਾਮ ਧੇਨ ਹਰ ਗੁਣ ਗਾਮ, ਪਰਮਾਤਮਾ ਦੇ ਗੁਣ ਗਾਓ। ਇਹੀ ਕਾਮ ਧੇਨ ਗਊ ਹੈ। ਇਹ ਜੋ ਮੰਗੋਗੇ ਮਿਲਦਾ ਜਾਏਗਾ, ਜੋ ਮੰਗੇ ਸੋਈ ਸੋਈ ਪਾਵੇ, ਜੋ ਚਾਹੋਗੇ ਉਹ ਮਿਲਦਾ ਜਾਏਗਾ। ਕਿੰਨੀ ਮਹਾਨ ਬਖਸ਼ਿਸ਼ ਗਰੀਬ ਨਿਵਾਜ ਸਤਿਗੁਰੂ ਜੀ ਨੇ ਸਾਡੇ ਤੇ ਕੀਤੀ। ਸਾਨੂੰ ਕਬਰਾਂ ਦੀ ਪੁਜਾਰੀਆਂ ਤੋਂ ਹਟਾ ਕੇ, ਮਨ ਮਤ ਤੋਂ ਵਰਜ ਕੇ, ਸਾਨੂੰ ਇੱਧਰ ਉੱਧਰ ਦੀ ਭਰਮ ਭਟਕਣਾ ਤੋਂ ਮਗਟ ਕੇ ਜ਼ਿੰਦਗੀ ਦਾ ਇੱਕ ਬੜਾ ਸਰਲ ਤੇ ਸਹਿਜ ਮਾਰਗ ਕਿ ਭਾਈ ਕੇਵਲ ਪਰਮਾਤਮਾ ਦੇ ਗੁਣ ਗਾਓ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਜਿਉਂਦੇ ਰਹਿਣ ਲਈ ਕਿਰਤ ਬੜੀ ਜ਼ਰੂਰੀ ਹੈ। ਇਹ ਨਾ ਸੋਚੋ ਕਿ ਕੰਮ ਬੋਝ ਨੇ ਜਾਂ ਕੰਮ ਛੱਡ ਕੇ ਕੋਈ ਬਹੁਤੀ ਰੱਬ ਦੀ ਬੰਦਗੀ ਹੁੰਦੀ ਹੈ। ਇਹ ਭੁਲੇਖਾ ਹੈ। ਕੰਮ ਛੱਡ ਕੇ ਕੋਈ ਬਹੁਤ ਵੱਡਾ ਕਦੀ ਭਗਤ ਨਹੀਂ ਬਣਦਾ। ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੈ, ਮਹਾਨ ਭਗਤ ਨੇ, ਉਹ ਕੰਮ ਕਰਨ ਵਾਲੇ ਨੇ। ਕੋਈ ਜੁੱਤੀਆਂ ਗੰਢ ਰਿਹਾ ਹੈ, ਕੋਈ ਕੱਪੜੇ ਦਾ ਕੰਮ ਕਰ ਰਿਹਾ ਹੈ, ਕੋਈ ਹਲ ਵਾਹੁਣ ਵਾਲਾ ਹੈ, ਕੋਈ ਹੋਰ ਕਿਰਤ ਕਰਨ ਵਾਲਾ ਹੈ, ਕੋਈ ਵੇਲੜ ਨਹੀਂ ਹੈ। ਇਸ ਕਰਕੇ ਕਿਰਤ ਹੀ ਬੰਦਗੀ ਬਣ ਜਾਂਦੀ ਹੈ। ਕਿਰਤ ਦੇ ਵਿੱਚੋਂ ਤੇ ਆਨੰਦ ਹੀ ਬੜਾ ਮਿਲਦਾ। ਜਿਉਂ-ਜਿਉਂ ਤੁਸੀਂ ਕਿਰਤ ਕਰੋ ਪਰਮਾਤਮਾ ਨੂੰ ਚੇਤੇ ਕਰਕੇ ਸਰੀਰ ਵੀ ਤੰਦਰੁਸਤ, ਮਨ 'ਚ ਵੀ ਸਹਿਵਾਨ ਪੈਦਾ ਹੁੰਦਾ ਹੈ, ਆਰਥਿਕ ਤੌਰ ਤੇ ਵੀ ਖੁਸ਼ਹਾਲੀ ਮਿਲਦੀ ਹੈ। ਇਸ ਕਰਕੇ ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਇਹ ਮਾਰਗ ਸਾਨੂੰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਅੱਜ ਦਾ ਇਹ ਮੁਖਵਾਕ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਰੰਗ ਰਾਗ ਵਿੱਚ ਅੰਕਿਤ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਅਨ ਦਿਨ ਰਾਮ ਕੇ ਗੁਣ ਕਹੀਏ। ਦਿਨ ਰਾਤ ਪਰਮਾਤਮਾ ਦੇ ਗੁਣ ਗਾਇਆ ਕਰੋ। ਸਗਲ ਪਦਾਰਥ ਸਰਬ ਸੁਖ ਸਿੱਧ, ਮਨ ਬਾਂਸ ਫਲ ਲਈਏ। ਆਪਾਂ ਚਾਹੁੰਦੇ ਕਿ ਸਭ ਕੁਝ ਮਿਲ ਜਾਏ। ਸਤਿਗੁਰੂ ਜੀ ਕਹਿੰਦੇ ਸਾਰੇ ਪਦਾਰਥ ਮਿਲਣਗੇ ਜੇ ਰੱਬ ਦੇ ਗੁਣ ਗਾਓਗੇ। ਅਸੀਂ ਕਹਿੰਦੇ ਸਾਰੇ ਸੁੱਖ ਮਿਲ ਜਾਣ। ਗੁਰਦੇਵ ਕਹਿੰਦੇ ਸਾਰੇ ਸੁੱਖ ਮਿਲ ਜਾਣਗੇ ਜੇ ਪਰਮਾਤਮਾ ਦੇ ਗੁਣ ਗਾਓਗੇ। ਅਸੀਂ ਕਹਿੰਦੇ ਜੋ ਚਾਹੀਏ ਉਹ ਮਿਲਦਾ ਜਾਏ, ਸਾਡੇ ਕਾਰਜ ਰਾਸ ਹੁੰਦੇ ਜਾਣ। ਇਹੀ ਅਰਦਾਸਾਂ ਨੇ ਸਾਡੀਆਂ। ਜਦੋਂ ਤੁਸੀਂ ਸਾਰੀਆਂ ਦੁਨੀਆ ਦੀਆਂ ਅਰਦਾਸਾਂ ਇਕੱਠੀਆਂ ਕਰਕੇ ਉਹਨਾਂ ਦਾ ਮੁਲਾਂਕਣ ਕਰੋਗੇ, 3-4 ਹੀ ਨੇ ਅਰਦਾਸਾਂ। ਪਹਿਲੀ ਗੱਲ ਜੀ ਸਾਡਾ ਕਾਰਜ ਰਾਸ ਹੋ ਜਾਏ। ਦੂਜੀ ਗੱਲ ਜੀ ਸਾਡੇ ਦੁੱਖ ਦੂਰ ਹੋ ਜਾਣ। ਤੀਜੀ ਗੱਲ ਜੀ ਸਾਨੂੰ ਸੁੱਖ ਮਿਲ ਜਾਏ। ਇਹੀ ਨੇ ਅਰਦਾਸਾਂ ਸਾਡੀਆਂ, ਹੋਰ ਕੀ ਹੈ। ਤੇ ਸਤਿਗੁਰੂ ਜੀ ਕਹਿੰਦੇ ਜੇ ਪ੍ਰਮਾਤਮਾ ਦੇ ਗੁਣ ਗਾਓਗੇ ਸਭ ਕੁਝ ਮਿਲੇਗਾ, ਸਾਰੇ ਸੁੱਖ ਮਿਲਣਗੇ, ਸਾਰੀ ਸਫਲਤਾ ਵੀ ਮਿਲੇਗੀ, ਕਾਰਜ ਰਾਸ ਹੋਣਗੇ। ਗੱਲ ਕੀ ਮਨ ਬਾਂਸ ਫੜ ਲਈਏ, ਜੋ ਚਾਹੋਗੇ ਉਹ ਮਿਲ ਜਾਏਗਾ। ਪਰਮਾਤਮਾ ਦੇ ਗੁਣ ਗਾਓ। ਸਤਿਗੁਰੂ ਜੀ ਮਿਹਰ ਕਰਨ, ਬਖਸ਼ਿਸ਼ ਕਰਨ,
ਅਸੀਂ ਦਿਨ ਰਾਤ ਉਸ ਪ੍ਰਮਾਤਮਾ ਦੀ ਕੀਰਤੀ ਕਰਦੇ ਹਾਂ, ਜ਼ਿੰਦਗੀ ਦਾ ਰਸ ਮਾਣ ਸਕੀਏ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ ਜੀ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਪਣੀ ਚਰਨ ਕਮਲਾਂ ਦਾ ਪਿਆਰ ਦਰੋਂ ਕਰੋ ਨਾਮ ਦਾਨ ਇਸਨਾਨ। ਸਿੱਖੀ ਸਿਰਕ ਭਰੋਸਾ ਬਖਸ਼ ਕੇ ਕਰਤਾਰਥ ਕਰਨ ਜੀ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।